ਸਤਨਾਮ ਵਾਹਿਗੁਰੂ ਸਾਹਿਬ ਜੀ। ਕੀਤਾ ਕਰਣਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕਿਛੂ ਨ ਹੋਵੈ, ਜੋ ਹਰਿ ਪਾਵੈ ਤਿਉ ਰਖੀਐ। ਮੇਰੇ ਹਰਿ ਜੀਓ ਸਭ ਕੋ ਤੇਰੇ ਵਸ। ਅਸਾ ਜੋਰ ਨਾਹੀ ਜੇ ਕਿਛ ਕਰ ਹਮ ਸਾ ਕਹੇ। ਜੋ ਪਾਵੈ ਤਿਵੈ ਬਖਸ਼। ਕਬੀਰ ਭਲੀ ਮਧੁ ਕਰੀ, ਨਾਹਨਾ ਬਿਦ ਕੋ ਨਾਦ। ਦਾਵਾ ਕਾਹੂ ਕੋ ਨਹੀਂ, ਬੜਾ ਦੇਸ ਬੜ ਰਾਜ। ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਜਿਨ੍ਹਾਂ ਖਾਧੀ ਚੋਪੜੀ, ਕਣੇ ਸਹਨਗੇ ਦੁੱਖ। ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਉ। ਅਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ। ਜਾਏ ਪੁਛੋ ਡੋਹਾ ਗਣੀ, ਤੁਮ ਕਿਉ ਰਹਿਣ ਵਿਹਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ। ਸਤਿਗੁਰੂ ਸਾਹਿਬ ਜੀ ਨੇ ਪਾਵਨ ਮੁਖਵਾਕ, ਪਾਵਨ ਬਖਸ਼ਿਸ਼ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਬਾਣੀ ਦੇ ਅਭਿਆਸ ਦੁਆਰਾ ਆਪਣੇ ਮਨ, ਬੁੱਧ, ਚਿੱਤ, ਸੁਰਤ ਦੀ ਘਾੜਤ ਕੱਢਦਿਆਂ ਮਨੁੱਖਾ ਜੀਵਨ ਨੂੰ ਅਧਿਆਤਮਿਕ ਅਰਥਾਂ ਦੇ ਵਿੱਚ ਗੁਰੂ ਕੀ ਨਜ਼ਰ ਦੇ ਵਿੱਚ ਸਫਲ ਕਰਨ ਦਾ ਸ਼ੁਭ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ
ਤਿਨਾਂ ਦੇ ਪਾਵਨ ਸ਼ਲੋਕਾਂ ਦੀ ਆਪ ਜੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਜਦ ਅਸੀਂ ਬਾਬਾ ਫਰੀਦ ਸਾਹਿਬ ਜੀ ਦੇ ਬਾਣੀ ਅਨੁਭਵ ਨੂੰ ਵਾਚਦੇ ਹਾਂ ਜਾਂ ਗੁਰੂ ਕੀ ਬਖਸ਼ਿਸ਼ ਕੀਤੀ ਮੱਤ ਦੁਆਰਾ ਸਮਝਣ ਦਾ ਬੁੱਝਣ ਦਾ ਯਤਨ ਕਰਦੇ ਹਾਂ ਤਾਂ ਸਾਨੂੰ ਇੱਕ ਗੱਲ ਯਕੀਨਨ ਤੌਰ 'ਤੇ ਸਪਸ਼ਟ ਤੌਰ 'ਤੇ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਸੂਫੀ ਸਾਧਕ ਹੁੰਦੇ ਹਨ ਜਾਂ ਜਿਹੜੇ ਬੰਦੇ ਬੰਦਗੀ ਦੇ ਸਿਖਰ 'ਤੇ ਪਹੁੰਚ ਜਾਂਦੇ ਹਨ, ਉਦੋਂ ਉਹਨਾਂ ਦੇ ਵਾਕ, ਜਿੱਥੇ ਉਹਨਾਂ ਦਾ ਜੀਵਨ ਸਾਦਗੀ ਵਿੱਚ ਢਲਿਆ ਹੁੰਦਾ ਹੈ, ਪੂਰਨ ਸਾਦਗੀ ਦੇ ਵਿੱਚ, ਉੱਥੇ ਉਹਨਾਂ ਦੇ ਫਿਰ ਜਿਹੜੇ ਧਾਰਮਿਕ ਅਧਿਆਤਮਿਕ ਜਗਤ ਦੇ ਬੜੇ ਬਾਰੀਕ ਅਨੁਭਵ ਹੁੰਦੇ ਨੇ, ਜਿਹੜੇ ਵਿਦਵਾਨਾਂ ਦੇ ਲਈ ਕਥਨੇ ਸਮਝਣੇ ਜਾਂ ਵਿਆਖਿਆ ਕਰਨੇ ਬੜੇ ਔਖੇ ਹੋ ਜਾਂਦੇ ਨੇ। ਉਹ ਵੀ ਅਨੁਭਵ ਉਹ ਸੂਫੀ ਸਾਧਕ, ਉਹ ਰੱਬੀ ਲੋਕ ਬੜੀ ਸਰਲ ਭਾਸ਼ਾ ਵਿੱਚ ਅਰਜ਼ ਕਰ ਦਿੰਦੇ ਹਨ। ਪਰ ਜੇ ਮਾਨਵਤਾ ਕੇਵਲ ਉਹਨਾਂ ਨੂੰ ਸਧਰੇ ਜਿਹੇ ਅਰਥਾਂ ਦੇ ਵਿੱਚ ਲਈ ਜਾਵੇ ਤਾਂ ਉਹਦੇ ਤੋਂ ਜਾਣੂ ਨਹੀਂ ਹੋ ਸਕਦੇ, ਉਹਦੇ ਭਾਵ ਤੋਂ, ਉਹਦੇ ਰਹੱਸ ਨੂੰ ਨਹੀਂ ਬੁੱਝ ਸਕਦੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਅੱਜ ਦੇ ਇਸ ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਹਨ, ਫਰੀਦਾ ਰੋਟੀ ਮੇਰੀ ਕਾਠ ਕੀ। ਪਰ ਠੀਕ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਸ ਤੋਂ ਪਹਿਲਾਂ ਹੀ ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਸਭੇ ਵਸਤੂ ਮਿੱਠੀਆਂ ਰਬ ਨਾ ਪੁੱਜਣ ਤੁਧ। ਇੱਥੇ ਸਾਨੂੰ ਇੱਕ ਨੁਕਤਾ ਸਮਝਣਾ ਪਏਗਾ ਕਿ ਜਦ ਗੁਰੂ ਸਾਹਿਬਾਨਾਂ ਦੇ ਪਾਸ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਆਈ ਤਾਂ ਯਕੀਨਨ ਇਹ ਕਿਹਾ ਜਾ ਸਕਦਾ ਹੈ ਕਿ ਉਦੋਂ ਬਾਣੀ ਦੀ ਤਰਤੀਬ ਥੋੜ੍ਹੀ ਬਹੁਤੀ ਭੰਗ ਹੋ ਗਈ ਹੋਵੇਗੀ ਕਿ ਕਿਹੜੇ ਸ਼ਲੋਕ ਨੇ ਕਿਸ ਸਥਾਨ ਉੱਪਰ ਆਉਣਾ ਹੈ, ਇਸ ਗੱਲ ਦਾ ਗਿਆਤ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਦੀ ਉੱਚੀ ਸੁਰਤ ਜਿਹੜੀ ਬਾਬਾ ਫਰੀਦ ਸਾਹਿਬ ਜੀ ਦੀ ਸੁਰਤ ਦੇ ਨਾਲ ਇੱਕ ਸੁਰ ਹੈ, ਉਸੇ ਭਾਵ ਨੂੰ ਬੁੱਝਦਿਆਂ ਹੋਇਆਂ ਸ਼ਲੋਕਾਂ ਦਾ ਕਿਸੇ ਵੀ ਨੁਕਤੇ ਤੋਂ, ਕਾਵਕ ਨੁਕਤੇ ਤੋਂ ਦੇਖ ਲਓ, ਉਹਦੇ ਅਨੁਭਵ ਦੇ ਨੁਕਤੇ ਤੋਂ ਦੇਖ ਲਓ, ਉਹਦੇ ਅੰਦਰ ਜਿਹੜੇ ਭਾਵਾਂ ਦੀ ਵੱਖੋ ਵੱਖ ਜਿਹੜੀ ਵਰਣਨ ਹੈ ਉਹ ਜੁੜਿਆ ਹੋਇਆ ਹੈ ਹਰੇਕ ਸ਼ਲੋਕ ਦੇ ਅੰਦਰ। ਕੱਲ੍ਹ ਜ਼ਿਕਰ ਆਇਆ ਸੀ, ਸਭ ਤੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜਿਹੜਾ ਪਰਮ ਰਸ ਮਿਲਦਾ ਉਹਦੇ ਬਾਰੇ ਜ਼ਿਕਰ ਸੀ। ਅਤੇ ਅੱਜ ਬਾਬਾ ਫਰੀਦ ਸਾਹਿਬ ਜੀ ਉਸ ਤੋਂ ਅਗਲਾ ਇੱਕ ਅਨੁਭਵ ਸਾਡੇ ਸਨਮੁਖ ਰੱਖ ਰਹੇ ਹਨ, ਫਰੀਦਾ ਰੋਟੀ ਮੇਰੀ ਕਾਠ ਕੀ। ਹੁਣ ਕਾਠ ਦੇ ਸੰਬੰਧ ਵਿੱਚ, ਕਿਉਂਕਿ ਇਹ ਸ਼ਲੋਕ ਮੇਰੀ ਜਾਚੇ ਜਿਤਨਾ ਸਪਸ਼ਟ ਅਜੇ ਤੱਕ ਹੋਣਾ ਚਾਹੀਦਾ ਸੀ ਨਹੀਂ ਹੋਇਆ, ਖੁਦ ਦਾ ਵੀ ਯਤਨ ਹੈ, ਕੋਈ ਕਿਸੇ ਤਰ੍ਹਾਂ ਦੀ ਸੰਪੂਰਨਤਾ ਦਾ ਦਾਅਵਾ ਨਹੀਂ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਰੋਟੀ ਮੇਰੀ ਕਾਠ ਕੀ। ਇਹਨੂੰ ਸ਼ਲੋਕ ਨੂੰ ਵਿਚਾਰਨ ਤੋਂ ਪਹਿਲਾਂ ਕੁਝ ਸੂਫੀਆਂ ਦੇ ਜੀਵਨ ਦੀਆਂ ਗੱਲਾਂ ਸਮਝਣੀਆਂ ਪੈਣਗੀਆਂ। ਸੂਫੀ ਸਾਰੀ ਜ਼ਿੰਦਗੀ 'ਚ ਇੱਕੋ ਵਸਤਰ ਪਹਿਨਦੇ ਨੇ। ਇੱਕ ਵਾਰੀ ਉੱਨ ਦਾ ਮੋਟਾ ਜਿਹਾ ਕੰਬਲ ਜਿਹਾ ਬਣਾ ਲਿਆ, ਉਹਨੂੰ ਮੁੜ ਕੇ ਵੱਡਾ ਜਿਹਾ ਚੋਲਾ ਜਿਹਾ ਸਵਾ ਲਿਆ, ਚੋਗਾ ਲੰਬਾ ਪੈਰਾਂ ਤੱਕ, ਅਤੇ ਇੱਕ ਵੱਧ ਤੋਂ ਵੱਧ ਕੋਈ ਗਰਮ ਕੱਪੜੇ ਦੀ ਲੋਈ ਆਦਿਕ ਜਿਹੜੀ ਉਹਨਾਂ ਨੇ ਰੱਖ ਲਈ। ਅਤੇ ਉਸ ਤੋਂ ਇਲਾਵਾ ਜ਼ਿੰਦਗੀ ਦੇ ਵਿੱਚ ਵਸਤਰਾਂ ਦੇ ਤਲ 'ਤੇ ਉਹ ਕੋਈ ਚੀਜ਼ ਨਹੀਂ ਰੱਖਦੇ। ਔਰ ਦੂਜੀ ਗੱਲ, ਇੱਕ ਪਹਿਲੇ ਉਹਨਾਂ ਦੀ ਸਾਦਗੀ ਦਾ ਇਹ ਬਾਬਾ ਫਰੀਦ ਸਾਹਿਬ ਜੀ ਦਾ ਜ਼ਿਕਰ ਆਉਂਦਾ ਨਾ, ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ। ਸੂਫੀ ਸਾਹਿਤ ਇਤਿਹਾਸ ਪੜ੍ਹੋ, ਦੇ ਵਿੱਚ ਸੂਫੀ ਸ਼ਬਦ ਦੀ ਜਿਹੜੀ ਉਤਪੱਤੀ ਹੈ ਉਹਨਾਂ ਨੇ ਸੂਫ ਸ਼ਬਦ ਤੋਂ ਦੱਸੀ ਹੋਈ। ਸੂਫ ਦਾ ਮਤਲਬ ਉੱਨ ਦਾ ਬਣਿਆ ਹੋਇਆ ਇੱਕ ਮੋਟਾ ਜਿਹਾ ਵਸਤਰ ਬਣਾ ਲੈਣਾ ਅਤੇ ਇੱਕੋ ਵਾਰੀ ਧਾਰਨ ਕਰ ਲੈਣਾ, ਉਹ ਘੱਸਦਾ ਰਹਿਣਾ, ਉਹਨੂੰ ਹੀ ਧੋ ਕੇ ਦੁਬਾਰਾ ਪਾ ਲੈਣਾ, ਕਿਸੇ ਨਵੇਂ ਵਸਤਰ ਦੀ ਖਾਸ਼ ਨਹੀਂ ਕਰਨੀ, ਨਾ ਕੋਈ ਯਤਨ ਕਰਨਾ। ਪਹਿਲਾਂ ਉਹਨਾਂ ਦੀ ਸਾਦਗੀ ਦਾ ਇਹ ਹੈ। ਦੂਜਾ, ਸੂਫੀ ਸਾਧਕਾਂ ਦੀ ਬੰਦਗੀ ਜਦ ਬੜੀ ਉੱਚੀ ਹੋ ਜਾਂਦੀ ਸੀ, ਉਹਨਾਂ ਦੀ ਬੰਦਗੀ ਦਾ ਚਾਰੇ ਪਾਸੇ ਜੈ ਜੈਕਾਰ ਹੁੰਦੀ ਸੀ, ਤਾਂ ਉਦੋਂ ਅਨੇਕਾਂ ਜਿਹੜੇ ਸ਼ਾਸਕ ਲੋਕ ਆ ਕੇ ਉਹਨਾਂ ਨੂੰ ਮੱਥਾ ਟੇਕਦੇ ਸਨ, ਉਹਨਾਂ ਨੂੰ ਸਜਦਾ ਕਰਿਆ ਕਰਦੇ ਸਨ, ਅਤੇ ਬਿਨਾਂ ਕੁਝ ਉਹਨਾਂ ਦੇ ਕਿਹਾ ਹਜ਼ਾਰਾਂ ਜ਼ਮੀਨਾਂ ਜਿਹੜੀਆਂ ਸਨ ਉਹਨਾਂ ਦੇ ਨਾਮ ਉੱਪਰ ਲਗਵਾ ਦਿੰਦੇ ਸਨ। ਅਤੇ ਸੂਫੀ ਸਾਧਕਾਂ ਦੀ ਜ਼ਿੰਦਗੀ ਦੀ ਇੱਕ ਕਮਾਲ ਹੈ ਕਿ ਉਹ ਜਿੰਨੀ ਉਹਨਾਂ ਨੂੰ ਕਿਸੇ ਸ਼ਾਸਕ ਵੱਲੋਂ ਭੇਟਾ ਦੇ ਵਿੱਚ ਜ਼ਮੀਨ ਜਾਇਦਾਦ ਜੋ ਕੁਝ ਵੀ ਮਿਲਦਾ ਸੀ ਉਹ ਉਸੇ ਵਕਤ ਵਰਤਾਉਂਦੇ ਸਨ। ਬਾਬਾ ਫਰੀਦ ਸਾਹਿਬ ਜੀ ਦੇ ਜੀਵਨ 'ਚ ਜ਼ਿਕਰ ਹੈ, ਇੱਕ ਦਫਾ ਇੱਕ ਬੰਦਾ ਆ ਗਿਆ ਉਹਨਾਂ ਦੇ ਕੋਲ, ਉਹ ਆ ਕੇ ਕਹਿਣ ਲੱਗਾ ਕਿ ਬਾਬਾ ਫਰੀਦ ਸਾਹਿਬ ਜੀ ਨਤਮਸਤਕ ਹੋਇਆ।
ਉਹਦਾ ਨਾਂ ਫਰੀਦੁਲ ਉਲ ਵਦ ਦੀਨ, ਉਹ ਆਪਣੀਆਂ ਬੇਟੀਆਂ ਨੂੰ ਨਾਲ ਲੈ ਕੇ ਆਇਆ ਅਤੇ ਬਾਬਾ ਫਰੀਦ ਸਾਹਿਬ ਜੀ ਨੂੰ ਆ ਕੇ ਕਹਿਣ ਲੱਗਾ ਕਿ ਮੇਰੇ ਲਈ ਕੁਝ ਕਰੋ। ਉਹਨੇ ਮੱਥਾ ਟੇਕ ਕੇ ਕਿਹਾ ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਤੇਰੇ ਲਈ ਕੀ ਕਰ ਸਕਦਾ, ਵੀ ਤੂੰ ਤਾਂ ਜਾਓ ਭਰੋਸਾ ਕਰੋ ਅਤੇ ਰੱਬ ਦੇ ਸ਼ੁਕਰ ਵਿੱਚ ਰਹੋ। ਬਾਬਾ ਫਰੀਦ ਸਾਹਿਬ ਜੀ ਨੇ ਇੰਝ ਕਹਿ ਦਿੱਤਾ ਅਤੇ ਉਹਨੂੰ ਇਸ ਵਾਕ ਦੇ ਨਾਲ ਸਹਿਮਤੀ ਨਾ ਹੋਈ। ਕਹਿਣ ਲੱਗਾ ਜੇ ਕਿਤੇ ਤੁਹਾਡੀ ਵੀ ਬੇਟੀ ਇੱਕ ਹੁੰਦੀ ਔਰ ਉਹ ਕੁਆਰੀ ਹੁੰਦੀ ਅਤੇ ਹੁੰਦੀ ਵੀ ਅੰਨੀ, ਤਾਂ ਫਿਰ ਤੁਹਾਨੂੰ ਪਤਾ ਲੱਗਦਾ ਕਿ ਬੇਟੀ ਦੇ ਇਸ ਤਰ੍ਹਾਂ ਦੇ ਹੋਣ ਦਾ ਕੀ ਮਤਲਬ ਹੈ। ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਕੀ ਕਰ ਸਕਦਾ, ਕਹਿੰਦਾ ਮੈਨੂੰ ਕੋਈ ਨਵਾਜ਼ਿਸ਼ ਕਰੋ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੁਝ ਸਮਾਂ ਰੁਕ। ਇਤਨੇ ਨੂੰ ਉਹਨਾਂ ਦਾ ਮਰੀਦ ਜ਼ਫਰ ਖਾਨ ਆਇਆ, ਜਿਹੜਾ ਉਸ ਕਿਸੇ ਨੇੜਲੇ ਇਲਾਕੇ ਦਾ ਫੌਜਦਾਰ ਸੀ, ਉੱਥੋਂ ਦਾ ਹਾਕਮ ਸੀ। ਤਾਂ ਉਹ ਆ ਕੇ ਕਹਿਣ ਲੱਗਾ ਕਿ ਉਹਨਾਂ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਆ ਕੇ ਉਹਨੇ ਕਿਹਾ ਕਿ ਮੈਨੂੰ ਕੋਈ ਸੇਵਾ ਦਾ ਮੌਕਾ ਦਿਓ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਇਹਦੀਆਂ 6 ਬੇਟੀਆਂ ਨੇ, ਉਹਨਾਂ ਦੇ ਵਿੱਚੋਂ ਪਤਾ ਨਹੀਂ 6 ਜਾਂ 2 ਅੰਧੀਆਂ ਨੇ, ਉਹਨਾਂ ਦਾ ਨਾਂ ਨਿਕਾਹ ਕਰ ਸਕਦਾ ਹੈ, ਪਰਵਰਿਸ਼ ਵੀ ਬੜੀ ਔਖੀ ਹੈ। ਜੇ ਤੂੰ ਜ਼ਿੰਦਗੀ ਭਰ ਇਹਨਾਂ ਦੀ ਪਰਵਰਿਸ਼ ਕਰ ਦੇਵੇਂ ਤਾਂ ਤੈਨੂੰ ਮੇਰੇ ਬਚਨ ਕਮਾਉਣ ਦੀ ਵੱਡੀ ਵਡਿਆਈ ਮਿਲ ਜਾਏਗੀ। ਉਹ ਕਹਿਣ ਲੱਗਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਰਮ ਕਿ ਮੈਨੂੰ ਮੇਰੇ ਮੁਰਸ਼ਿਦ ਦਾ ਬਚਨ ਕਮਾਉਣ ਦਾ ਅਵਸਰ ਹਾਸਲ ਹੋਇਆ। ਇਹ ਗੱਲ ਤਾਂ ਅਰਜ਼ ਕੀਤੀ ਸੂਫੀ ਸਾਧਕ ਇੱਕ ਨਿੱਕੀ ਜਿੰਨੀ ਸ਼ੈ ਵੀ ਆਪਣੇ ਕੋਲ ਨਹੀਂ ਰੱਖਦੇ ਸਨ। ਜੇ ਇੱਥੋਂ ਤੱਕ ਕਿ ਉਹਨਾਂ ਦੇ ਜੀਵਨਾਂ 'ਚ ਜ਼ਿਕਰ ਆਉਂਦਾ ਕਿ ਕਿਸੇ ਨੇ ਉਹਨਾਂ ਨੂੰ ਸੂਈ ਭੇਟ ਕਰ ਦਿੱਤੀ ਅਤੇ ਉਹ ਸਾਰਾ ਦਿਨ ਸੂਈ ਨੂੰ ਫੜ ਕੇ ਆਪਣੇ ਮੁੱਖ ਦੇ ਸਾਹਮਣੇ ਰੱਖ ਛੱਡਿਆ, ਮਤਲਬ ਆਪਣੇ ਪੱਗ ਦੇ ਉੱਪਰ ਲਾ ਲਿਆ ਵੱਡਾ ਜਿਹਾ ਕਰਕੇ। ਕਿਸੇ ਨੇ ਪੁੱਛਿਆ ਜੀ ਸੂਈ ਨੂੰ ਕਿਉਂ ਲਾ ਲਿਆ? ਕਹਿੰਦੇ ਕੋਈ ਕੱਤਣ ਵਾਲੀ ਇਸਤਰੀ ਹੋਏਗੀ ਜਿਹਨੂੰ ਸੂਈ ਦੀ ਲੋੜ ਹੋਏਗੀ, ਉਹ ਮੇਰੇ ਸਿਰ ਦੇ ਉੱਪਰ ਲੱਗੀ ਦੇਖੇਗੀ ਅਤੇ ਮੇਰੇ ਕੋਲੋਂ ਮੰਗ ਲਏਗੀ, ਉਹਦੀ ਲੋੜ ਪੂਰੀ ਹੋ ਜੇ। ਆਪਣੇ ਲਈ ਕੁਝ ਨਹੀਂ ਰੱਖਣਾ। ਇਹ ਸੂਫੀ ਸਾਧਕਾਂ ਦੇ ਜੀਵਨ ਦੀਆਂ ਨਿਸ਼ਾਨੀਆਂ ਰਹੀਆਂ ਨੇ। ਹੁਣ ਉਸੇ ਹੀ ਸਾਦਗੀ ਦੇ ਵਿੱਚ ਜਿਹਦੇ ਵਿੱਚ ਉਹ ਬਸਤਰ ਨਹੀਂ ਪਹਿਨਦੇ, ਔਰ ਉਸ ਤੋਂ ਵੀ ਅੱਗੇ ਇੱਕ ਸਾਦਗੀ, ਕੁਟੀਆ ਵੀ ਨਹੀਂ ਬਣਾਉਣੀ। ਇੱਕ ਤਾਂ ਹੁੰਦਾ ਨਾ ਸਾਧੂ ਕਹਿੰਦਾ ਚਲੋ ਅਸੀਂ ਪੱਕੇ ਮਕਾਨ ਛੱਡ ਦਿੱਤੇ, ਵੱਡੇ ਆਲੀਸ਼ਾਨ ਮਹਿਲ ਛੱਡ ਦਿੱਤੇ ਅਤੇ ਚਲੋ ਥੋੜ੍ਹੀ ਜਿਹੀ ਕੱਖ ਕੰਨ ਦੀ ਕੁਟੀਆ ਬਣਾ ਲੈਂਦੇ ਹਾਂ, ਇਹ ਵੀ ਨਹੀਂ ਬਣਾਉਣੀ। ਕੁਦਰਤੀ ਜਿਹਦੇ ਕਿ ਸੂਫੀ ਸਾਧਕਾਂ ਦੇ ਪੰਜਾਬ 'ਚ ਤਾਂ ਡੇਰੇ ਘੱਟ ਗਏ ਨੇ, ਮਿਲਦੇ ਨਹੀਂ ਹੁਣ, ਜਾਂ ਥੋੜ੍ਹੇ ਬਹੁਤ ਹਨ, ਤਾਂ ਕਦੇ ਦੇਖਣਾ ਉਹ ਕਿਵੇਂ ਬਣੇ ਹੁੰਦੇ ਸਨ। ਉਹਦੇ ਵਿੱਚ ਉਹ ਜਦੋਂ ਜਿੱਥੋਂ ਸ਼ੁਰੂਆਤੀ ਦਿਨਾਂ ਜਿੱਥੇ ਜਾ ਕੇ ਬਹਿ ਜਾਂਦੇ ਸਨ, ਉੱਥੇ ਬਹੁਤ ਸੰਘਣੇ ਰੁੱਖ ਲਗਾ ਦਿੰਦੇ ਸਨ ਅਤੇ ਰੁੱਖ ਵੱਡੇ ਹੋ ਕੇ ਆਪਸ ਦੇ ਵਿੱਚ ਇਤਨੇ ਜ਼ਿਆਦਾ ਫਸ ਜਾਂਦੇ ਸਨ ਕਿ ਕੋਈ ਕਿਸੇ ਤਰ੍ਹਾਂ ਦੇ ਮਕਾਨ ਦੀ ਜਾਂ ਕਿਸੇ ਤਰ੍ਹਾਂ ਦੀ ਛੱਤ ਦੀ ਲੋੜ ਲਗਭਗ ਨਾ ਮੱਤ ਰਹਿ ਜਾਂਦੀ ਸੀ। ਠੀਕ ਆ ਕਿ ਪ੍ਰਕਿਰਤਿਕ ਪ੍ਰਭਾਵ ਫਿਰ ਵੀ ਅਸਰ ਪਾ ਜਾਂਦੇ ਸਨ, ਪਰ ਉਹ ਇੰਨਾ ਵੀ ਯਤਨ ਨਹੀਂ ਕਰਦੇ ਸਨ। ਮੇਰੇ ਨਿਕਟ ਇਸ ਤਰ੍ਹਾਂ ਦੀ ਇੱਕ ਬੜੀ ਸੁੰਦਰ ਜਗ੍ਹਾ ਸੀ, ਅਸੀਂ ਉਹਦੀ ਬੜੀ ਕਦਰ ਕਰਦੇ ਸਾਂ। ਉਹ ਕਿਸੇ ਅਣਜਾਣ ਬੰਦਿਆਂ ਦੇ ਹੱਥ ਆ ਗਈ, ਉਹਨਾਂ ਦੀ ਸਾਰੀ ਖੂਬਸੂਰਤੀ ਉਜਾੜ ਦਿੱਤੀ। ਇਸ ਕਰਕੇ ਉਹ ਇੱਥੋਂ ਤੱਕ ਵੀ ਯਤਨ ਕਰਦੇ ਸਨ ਕਿ ਕੋਈ ਪੱਕਾ ਮਕਾਨ ਵੀ ਨਹੀਂ ਬਣਾਉਣਾ। ਇਸ ਕਰਕੇ ਉਹਨਾਂ ਦੀ ਸਾਦਗੀ ਦੇ ਲੱਛਣ ਨੇ। ਉਸ ਤੋਂ ਅੱਗੇ ਉਹਨਾਂ ਦੀ ਸਾਦਗੀ ਦਾ ਇੱਕ ਲੱਛਣ ਇਹਦੇ ਵਿੱਚ ਜ਼ਿਕਰ ਆਉਂਦਾ ਹੈ। ਉਸੇ ਸਾਦਗੀ ਦੇ ਵਿੱਚੋਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਰੋਟੀ ਮੇਰੀ ਕਾਠ ਕੀ। ਜੇ ਬੰਦੇ ਦਾ ਪਹਿਨਣਾ ਸਾਦਗੀ 'ਚ ਹੋ ਗਿਆ, ਸਾਦਗੀ ਦਾ ਮਤਲਬ ਉਹ ਠੀਕ ਠਾਕ ਨਹੀਂ, ਸਾਦਗੀ ਦਾ ਮਤਲਬ ਕਿ ਉਸ ਚੀਜ਼ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਤ੍ਰਿਸ਼ਨਾ ਅਤੇ ਵਾਸ਼ਨਾ ਵਾਲੀਆਂ ਖਾਹਿਸ਼ਾਂ ਹਨ, ਉਹਨਾਂ ਨੂੰ ਤਿਆਗ ਦੇਣਾ। ਜਿਵੇਂ ਸਾਨੂੰ ਸਾਦਗੀ ਦਾ ਅਰਥ ਪਤਾ ਕਿੰਨੇ ਕੁ ਪਤਾ ਨੇ। ਕੋਈ ਬੰਦਾ ਵਸਤਰਾਂ ਦੇ ਵਿੱਚ 5-7 ਰੰਗ ਪਾਉਂਦਾ ਹੈ, ਸਿਰ ਦੇ ਪੱਗ ਦਾ ਰੰਗ ਹੋਰ, ਕੱਪੜੇ ਕਮੀਜ਼ ਦਾ ਹੋਰ, ਪਜਾਮੇ ਦਾ ਹੋਰ, ਬੂਟਾਂ ਦਾ ਹੋਰ, ਘੜੀ ਦਾ ਹੋਰ, ਅਤੇ ਉਹਦੀ ਤੁਲਨਾ ਦੇ ਵਿੱਚ ਕਿਸੇ ਨੇ ਇੱਕੋ ਰੰਗ ਦੇ ਪਾਏ ਹੁਣ ਅਸੀਂ ਕਹਿੰਦੇ ਇਹ ਸਾਦਾ। ਇਹ ਸਾਦਾ ਨਹੀਂ ਹੈ। ਸਾਦੇ ਦਾ ਅਰਥ ਹੈ ਕਿ ਜਿਹੜਾ ਵੀ ਉਹ ਪਹਿਨਣ ਖਾਣ ਸਭ ਕੁਝ ਕਰ ਰਿਹਾ ਹੈ, ਉਹਦੇ ਅੰਦਰ ਉਹਦੀ ਤ੍ਰਿਸ਼ਨਾ ਦੀ ਕੋਈ ਅੰਸ਼ ਸ਼ਾਮਲ ਨਹੀਂ ਹੈ। ਉਹ ਇੰਨੀ ਜ਼ਿਆਦਾ ਜਿਹੜੀ ਸਾਦਗੀ ਵਿੱਚ ਢਲਿਆ ਹੋਇਆ ਹੈ। ਹੁਣ ਇਹ ਹੈ ਸੂਫੀਆਂ ਦੇ ਜੀਵਨ ਦਾ ਪ੍ਰਭਾਵ ਕਿ ਉਹ ਹਰ ਨੁਕਤੇ ਤੋਂ ਸਾਦਗੀ ਵਿੱਚ ਜਿਉਂਦੇ ਨੇ। ਅਤੇ ਹੁਣ ਜਦੋਂ ਸਾਰੇ ਨੁਕਤਿਆਂ ਤੋਂ ਸਾਦਗੀ ਵਿੱਚ ਜੀਵਨ ਬਤੀਤ ਕਰਦੇ ਨੇ, ਤਾਂ ਫਿਰ ਉਹਨਾਂ ਦਾ ਪਹਿਨਣਾ ਵੀ ਉਹਨਾਂ ਦਾ ਖਾਣਾ ਵੀ ਬੜੇ ਸਾਦਗੀ ਦੇ ਵਿੱਚ ਬੜੇ ਆਮ ਜਿਹੇ ਭਾਵ ਵਿੱਚ ਹੋਏਗਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਰੋਟੀ ਮੇਰੀ ਕਾਠ ਕੀ, ਕਿ ਜਿਹੜੀ ਮੇਰੀ ਰੋਟੀ ਹੈ ਲੱਕੜ ਵਰਗੀ ਹੈ। ਹੁਣ ਇਹਦੇ ਵਿੱਚ ਇਹਦਾ ਪਹਿਲਾ ਭਾਵ, ਕਿਉਂਕਿ ਇਹਦੇ 4-5 ਭਾਵ ਨੇ, ਖਿਆਲ ਰੱਖਣਾ ਕਿ ਕਿਵੇਂ ਕਿਵੇਂ ਉਹ ਭਾਵ ਜੁੜਦੇ ਨੇ, ਤਾਂ ਥੋੜ੍ਹਾ ਬਹੁਤਾ ਸ਼ਲੋਕ ਦੇ ਨਿਕਟ ਮਾੜਾ ਮੋਟਾ ਜਾ ਸਕਾਂਗੇ, ਨਹੀਂ ਤਾਂ ਮੁਸ਼ਕਲ ਹੋ ਜਾਏਗਾ। ਕਹਿਣ ਲੱਗੇ ਰੋਟੀ ਮੇਰੀ ਕਾਠ ਕੀ। ਹੁਣ ਭਾਵ ਕਿ ਜਿਹੜੀ ਮੇਰੀ ਰੋਟੀ ਹੈ, ਇਹਦਾ ਪਹਿਲਾ ਭਾਵ ਇਹ ਬਣਦਾ ਕਿ ਲੱਕੜ ਵਰਗੀ ਹੈ। ਕਾਠ ਦਾ ਅਰਥ ਲੱਕੜ ਹੁੰਦਾ ਹੈ, ਕਿ ਜਿਵੇਂ ਲੱਕੜ ਸਖਤ ਹੁੰਦੀ ਹੈ, ਉਸ ਤਰ੍ਹਾਂ ਦੀ ਕਹਿੰਦੇ ਮੇਰੀ ਰੋਟੀ ਹੈ। ਲਾਵਣ ਮੇਰੀ ਭੁੱਖ, ਅਤੇ ਜਿਹੜਾ
ਰੋਟੀ ਦੇ ਨਾਲ ਕੋਈ ਸਬਜ਼ੀ ਚਾਹੀਦੀ ਹੈ, ਅਸੀਂ ਸਬਜ਼ੀ ਆਖਦੇ ਹਾਂ, ਲਹਿੰਦੀ ਵਾਲੇ ਉਹਨੂੰ ਲਾਵਣ ਆਖਦੇ ਨੇ, ਅੱਜ ਵੀ ਆਖਦੇ ਹਨ। ਪਾਕਿਸਤਾਨ ਦਾ ਲਹਿੰਦੀ ਦਾ ਇਲਾਕਾ ਜਿਹੜਾ ਹੈ ਉਹ ਅੱਜ ਵੀ ਲਾਵਣ ਆਖਦੇ ਹਨ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੋਟੀ ਮੇਰੀ ਜਿਹੜੀ ਹੈ ਉਹ ਬਿਲਕੁਲ ਲੱਕੜ ਵਰਗੀ, ਜਿਵੇਂ ਲੱਕੜ ਹੁੰਦੀ ਹੈ, ਅਤੇ ਜਿਹੜੀ ਮੇਰੀ ਸਬਜ਼ੀ ਹੈ ਉਹ ਮੇਰੀ ਭੁੱਖ ਹੈ। ਮਤਲਬ ਭੁੱਖ ਲੱਗਣਾ ਹੀ ਮੇਰੀ ਸਬਜ਼ੀ ਹੈ, ਮੇਰੇ ਲਈ ਲਾਵਣ ਵਾਂਗ, ਜਾਂ ਸਲੂਣਾ ਵੀ ਸ਼ਬਦ ਵਰਤਦੇ ਨੇ ਇਹਦੇ ਲਈ। ਇਸ ਤਰ੍ਹਾਂ ਹੁਣ ਇਹਦਾ ਭਾਵ ਕੀ? ਇਹਦਾ ਪਹਿਲਾ ਭਾਵ ਰੋਟੀ ਮੇਰੀ ਕਾਠਕੀ ਦਾ ਪਹਿਲਾ ਭਾਵ ਇਹ ਸਮਝ ਆਉਂਦਾ ਹੈ ਕਿ ਜਿਹੜੇ ਸੂਫੀ ਸਾਧਕ ਲੋਕ ਸਨ ਉਹ 30 ਦੇ 30 ਦਿਨ ਔਰ 30 ਦੇ 30 ਦਿਨਾਂ ਦੇ ਵਿੱਚ 3 ਟਾਈਮ ਭੋਜਨ ਕਰਨ ਨੂੰ ਬੜਾ ਵੱਡਾ ਮਤਲਬ ਮੰਨਦੇ ਹੀ ਨਹੀਂ ਸਨ ਕਿ ਬੰਦੇ ਨੂੰ 3 ਟਾਈਮ ਭੋਜਨ ਦੀ ਲੋੜ ਹੈ। ਉਹ ਜੀਵਨ ਦੇ ਵਿੱਚ ਮਤਲਬ ਪ੍ਰਸ਼ਾਦਾ ਮਿਲ ਜਾਣਾ, ਇੱਕ ਪ੍ਰਸ਼ਾਦਾ ਲੈ ਕੇ ਆਪਣੇ ਪਾਸ ਸੰਭਾਲ ਲੈਂਦੇ ਸਨ, ਕਿਸੇ ਮੋਟੇ ਕੱਪੜੇ ਦੇ ਵਿੱਚ ਲਪੇਟ ਲੈਣਾ। ਤਾਂ ਕੁਦਰਤੀ ਹੈ, ਕੱਪੜੇ ਦੇ ਵਿੱਚ ਵੀ ਲਪੇਟਾਂਗੇ, 2 ਦਿਨ ਬਾਅਦ 3 ਦਿਨ ਬਾਅਦ ਪ੍ਰਸ਼ਾਦਾ ਸੁੱਕਣਾ ਸ਼ੁਰੂ ਹੋ ਜਾਏਗਾ, ਅਤੇ ਸੁੱਕਣਾ ਸ਼ੁਰੂ ਹੋ ਜਾਏਗਾ ਅਤੇ ਕਰੜਾ ਹੋ ਜਾਏਗਾ। ਪਰ ਇਹ ਨਹੀਂ ਕਿ ਕਰੜਾ ਹੋ ਗਿਆ ਅਤੇ ਸੁੱਟ ਦੇਣਾ, ਸੰਭਾਲੀ ਰੱਖਣਾ। ਆਪ ਜੀ ਨੇ ਮਨਸੂਰ ਦੇ ਜੀਵਨ 'ਚ ਗੱਲ ਸੁਣੀ ਨਾ ਕਿ ਇੱਕ ਉਹਦੇ ਕੋਲੋਂ ਜਦੋਂ 3 ਪ੍ਰਸ਼ਨ ਪੁੱਛੇ ਸੀ ਅਤੇ ਉਹਨੇ ਕਿਹਾ ਸੀ ਕਿ ਜਦੋਂ ਦੂਜਾ ਪ੍ਰਸ਼ਨ ਸੀ ਕਿ ਦਾਨ ਦੀ ਹੱਦ ਕਿੱਥੇ ਹੈ, ਅਤੇ ਉਹਦੇ ਕੋਲ ਇੱਕ ਸੁੱਕੀ ਰੋਟੀ ਦਾ ਟੁਕੜਾ ਸੀ। ਉਹਨੇ ਉਹਨੂੰ ਦਿੱਤਾ ਆਪਣੇ ਸਵਾਲ ਪੁੱਛਣ ਵਾਲੇ ਨੂੰ ਕਿ ਮੈਂ ਜਿਹਨੂੰ ਸਵਾਲ ਜਵਾਬ ਕਰਦਾ ਪਹਿਲਾਂ ਕੁਝ ਖਾਣ ਲਈ ਦਿੰਦਾ। ਅਤੇ ਉਹਨੇ ਜਦੋਂ ਖਾ ਲਈ ਅਤੇ ਕਹਿਣ ਲੱਗਾ ਕਿ ਦੂਜੇ ਸਵਾਲ ਦਾ ਜਵਾਬ ਪੂਰਾ ਹੋ ਗਿਆ, ਦਾਨ ਦੀ ਹੱਦ, ਭਾਵ ਕਿ ਮੈਨੂੰ ਪਤਾ ਸੀ ਕਿ ਮੈਂ ਕੁਝ ਦਿਨਾਂ ਤੱਕ ਦੁਨੀਆ ਤੋਂ ਫੌਤ ਹੋ ਜਾਣਾ ਹੈ, ਸ਼ਹਾਦਤ ਪਾ ਜਾਣੀ ਹੈ, ਅਤੇ ਆਹ ਵੀ ਟੁਕੜਾ ਜਿਹੜਾ ਰੋਟੀ ਦਾ ਕਿਸੇ ਹੋਰ ਦੇ ਕੰਮ ਆ ਜੇ ਸੰਭਾਲ ਕੇ ਰੱਖਿਆ ਹੋਇਆ। ਇਸ ਕਰਕੇ ਪਹਿਲਾ ਭਾਵ ਹੈ ਕਿ ਜਦ ਰੋਟੀ ਕਰੜੀ ਹੋ ਜਾਵੇ ਅਤੇ ਕਰੜੀ ਹੋਣ ਦਾ ਮਤਲਬ ਉਹਨੂੰ ਰਿਜੈਕਟ ਨਹੀਂ ਕਰ ਦੇਣਾ, ਜੀ ਇਹ ਹੁਣ ਮੇਰੇ ਦੰਦਾਂ ਦੇ ਮਾਫਕ ਨਹੀਂ ਜਾਂ ਕਿਵੇਂ ਨਹੀਂ ਹੈ। ਅੰਨ ਦੇ ਨੁਕਤੇ ਤੋਂ ਉਹਦਾ ਪੂਰਨ ਅਦਬ ਕਰਦਿਆਂ ਹੋਇਆਂ ਵੀ ਲੈਣਾ, ਅਤੇ ਉਹਦੇ ਅਦਬ ਨੂੰ ਇੰਨਾ ਜ਼ਿਆਦਾ ਰੱਖਣਾ। ਦੇਖੋ ਦੁਨੀਆ ਦੇ ਵਿੱਚ ਕਈ ਵਾਰੀ ਮਾੜੇ ਦਿਨ ਬਣ ਜਾਂਦੇ ਨੇ ਬੰਦੇ 'ਤੇ, 4 ਦੇ ਨਾਲ ਵੀ ਰੋਟੀ ਖਾਣੀ ਪੈਂਦੀ ਹੈ, ਪਰ ਕਈ ਵਾਰੀ ਬੰਦੇ 4 ਨੂੰ ਵੀ ਨਿੰਦਿਆ ਕਰਨਗੇ। ਮਾੜੇ ਦਿਨ ਚੱਲ ਰਹੇ ਨੇ, 4 ਨਸੀਬ ਹੋ ਗਿਆ, ਉਹਦੇ ਪ੍ਰਤੀ ਵੀ ਨਿੰਦਿਆ ਰੱਖਣਗੇ ਕਿ ਆਹ ਕੀ ਸਾਨੂੰ 4 ਨਾਲ ਰੋਟੀ ਖਾਣੀ ਪੈ ਰਹੀ। ਪਰ ਬਾਬਾ ਫਰੀਦ ਸਾਹਿਬ ਜੀ ਦੀ ਸਾਦਗੀ ਦੇਖੋ, ਕਹਿੰਦੇ ਲਾਵਣ ਮੇਰੀ ਭੁੱਖ, ਮੇਰੀ ਭੁੱਖ ਹੀ ਮੇਰੇ ਲਈ ਸਬਜ਼ੀ ਹੈ। ਇਸ ਕਰਕੇ ਸਿਆਣਿਆਂ ਕਿਹਾ, ਬੜੇ ਚੰਗੇ ਵਾਕ ਨੇ ਕਿ ਭੁੱਖ ਨਾ ਹੋਵੇ ਤਾਂ ਦੁਨੀਆ ਦਾ ਕੀਮਤੀ ਪਕਵਾਨ ਵੀ ਜਿਹੜਾ ਐਵੇਂ ਲੱਗਦਾ ਹੈ, ਅਤੇ ਭੁੱਖ ਹੋਵੇ ਅਤੇ ਚਣੇ ਵੀ ਬਦਾਮ ਲੱਗਦੇ ਨੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਲਾਵਣ ਮੇਰੀ ਭੁੱਖ। ਹੁਣ ਲਾਵਣ ਮੇਰੀ ਭੁੱਖ ਦੇ ਵਿੱਚ ਇੱਕ ਹੋਰ ਬਾਤ ਹੈ ਕਿ ਮੈਂ ਇਹਨਾਂ ਸਾਰੇ ਰਸਾਂ ਤੋਂ ਅਣਜਾਣ ਹਾਂ, ਪਤਾ ਹੀ ਨਹੀਂ ਹੈ। ਹੁਣ ਕਈ ਬੰਦਿਆਂ ਨੂੰ ਪੁੱਛ ਲਓ, ਜ਼ਿੰਦਗੀ ਦੇ ਵਿੱਚ ਹਜ਼ਾਰਾਂ ਪਕਵਾਨਾਂ ਦੇ ਸਵਾਦਾਂ ਬਾਰੇ ਤੁਹਾਨੂੰ ਦੱਸ ਦੇਣਗੇ। ਅਤੇ ਬਾਬਾ ਫਰੀਦ ਸਾਹਿਬ ਜੀ ਨੇ ਕੱਲ੍ਹ ਜ਼ਿਕਰ ਕੀਤਾ ਸੀ, ਰੱਬ ਨਾ ਪੁੱਜਣ ਤੁਧ, ਕਿ ਜਿੰਨੇ ਮਿਠਾਸ ਦੇ ਅਨੁਭਵ ਕਰ ਲਏ ਨੇ ਉਹ ਭਗਤੀ ਦੇ ਰਸ ਦੇ ਬਰਾਬਰ ਨਹੀਂ ਜਾ ਸਕਦੇ। ਅੱਜ ਆਖਦੇ ਹਨ ਲਾਵਣ ਮੇਰੀ ਭੁੱਖ, ਜਿਹੜਾ ਕਿਸੇ ਪਦਾਰਥ ਦਾ ਸਵਾਦ ਹੋਣਾ ਸਾਨੂੰ ਉਹਦਾ ਇਲਮ ਹੀ ਨਹੀਂ। ਇੰਨਾ ਜ਼ਿਆਦਾ ਆਪਣੇ ਆਪ ਨੂੰ ਕੱਢ ਲੈਣਾ ਰਸਾਂ ਦੇ ਵਿੱਚੋਂ, ਆਪਣੇ ਆਪ ਨੂੰ ਮਨਫੀ ਕਰ ਲੈਣਾ ਕਿ ਹੁਣ ਸਬਜ਼ੀ ਚਾਹੀਦੀ ਹੈ, ਕਿਸੇ ਦਾ ਤਾਂ ਨਾਂ ਲੈਣਾ ਪਏਗਾ। ਪਰ ਕਹਿੰਦੇ ਇਹ ਹੈ ਹੀ ਨਹੀਂ ਮੇਰੇ ਲਈ ਭੁੱਖ ਹੀ ਮੇਰੀ ਸਬਜ਼ੀ ਹੈ। ਮਤਲਬ ਮੈਨੂੰ ਭੁੱਖ ਲੱਗ ਗਈ, ਇਹ ਸਬਜ਼ੀ ਹੈ, ਇਹਦੇ ਲਈ ਰੋਟੀ ਅੰਦਰ ਪਾ ਦਿੱਤੀ ਅਤੇ ਉਹਨੇ ਅੰਦਰ ਤ੍ਰਿਪਤ ਰਲ ਕੇ। ਹੁਣ ਅਸੀਂ ਸਬਜ਼ੀ ਨਾਲ ਕਿਉਂ ਲੈਂਦੇ ਹਾਂ ਕਿ ਉਹ ਸਾਨੂੰ ਮਿੱਠੇ ਖੱਟੇ ਦਾ ਸਵਾਦ ਦੇਵੇ ਅਤੇ ਸਾਡਾ ਜਿਹੜਾ ਭੋਜਨ ਦੀ ਗੁਰਾਹੀ ਹੈ ਉਹ ਉਤਾਰਨੀ, ਚਬਾਉਣੀ ਜਾਂ ਉਹਦਾ ਰਸ ਲੈਣ ਦਾ ਸਾਨੂੰ ਮੌਕਾ ਮਿਲ ਸਕੇ। ਇਕੱਲੀ ਰੋਟੀ ਦਾ ਰਸ ਨਹੀਂ ਆਏਗਾ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਲਾਵਣ ਮੇਰੀ ਭੁੱਖ, ਜਿਹੜੀ ਭੁੱਖ ਲੱਗਣੀ ਹੈ ਇਹੀ ਮੇਰੀ ਸਬਜ਼ੀ ਵਾਂਗ ਹੈ, ਸਲੂਣੇ ਵਾਂਗ ਹੈ। ਇਸ ਕਰਕੇ ਰੋਟੀ ਮੇਰੀ ਕਾਠਕੀ, ਲਾਵਣ ਮੇਰੀ ਭੁੱਖ। ਅੱਗੇ ਆਖਦੇ ਹਨ ਜਿੰਨਾ ਖਾਧੀ ਚੋਪੜੀ। ਹੁਣ ਚੋਪੜੀ ਦਾ ਭਾਵ ਵੀ ਸਾਨੂੰ ਥੋੜ੍ਹਾ ਜਿਹਾ ਸਮਝਣਾ ਪਏਗਾ। ਚੋਪੜੀ ਦਾ ਮਤਲਬ ਜਿਹੜੀ ਸਤਾਹ ਦੇ ਉੱਪਰ ਹੁੰਦੀ ਹੈ। ਸਤਾਹ ਦਾ ਮਤਲਬ ਇਹ ਹੈ ਕਿ ਪ੍ਰਸ਼ਾਦਾ ਬਣ ਜਾਂਦਾ ਹੈ ਅਤੇ ਉਹਦੇ ਅੰਦਰ ਜਦੋਂ ਚੋਪੜ ਨਾ ਹੋਵੇ ਤਾਂ ਉਹਦੇ ਅੰਦਰ ਘਿਓ ਨਹੀਂ ਵਾੜਦੇ, ਉਹਦੇ ਉੱਪਰ ਲਗਾਈਦਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਜਿਹੜਾ ਉੱਪਰ ਚੋਪੜ ਕੇ ਜਾਂ ਉਹਨੂੰ ਕਿਸੇ ਢੰਗ ਦੇ ਨਾਲ ਨਰਮ ਕਰਨ ਦਾ ਖਿਆਲ ਹੈ, ਕਹਿੰਦੇ ਜਿੰਨਾ ਖਾਧੀ ਚੋਪੜੀ, ਜਿਨ੍ਹਾਂ ਨੇ 27 ਕਿਸਮ ਦੇ ਉੱਪਰ ਰਹੇ। ਜਿਵੇਂ ਘਿਓ ਚੋਪੜਿਆ ਹੋਵੇ ਤਾਂ ਰੋਟੀ ਦੇ ਉੱਪਰ ਰਹਿੰਦਾ, ਕਾਫੀ ਸਮਾਂ ਬਾਅਦ ਦੇ ਵਿੱਚ ਹੇਠਾਂ ਜਾਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਰੱਬੀ ਮਾਰਗ 'ਤੇ ਚੱਲਦਿਆਂ ਜਾਂ ਦੁਨੀਆ ਦੇ ਵਿੱਚ ਜਿਉਂਦਿਆਂ ਕੇਵਲ ਪਦਾਰਥਾਂ ਦੇ 27 ਰਸਾਂ ਦੇ ਉੱਪਰ ਰਹੇ ਕਿ ਆਹ ਰਸ ਚੰਗਾ ਹੈ, ਆਹ ਮਾੜਾ ਹੈ, ਇਸ ਤਰ੍ਹਾਂ ਦੀ ਚਾਹੀਦੀ ਹੈ। ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਭਾਵ ਵਿੱਚ ਰਹੇ, ਘਣੇ ਸਹਿਣਗੇ ਦੁੱਖ, ਕਦੇ ਸਾਦਗੀ, ਸਬਰ, ਸ਼ੁਕਰਾਨਾ ਜਾਂ ਸਹਿਜ ਜਾਂ ਪਦਾਰਥਾਂ ਦੇ ਰਸਾਂ ਤੋਂ ਮੁਕਤ ਹੋਣ ਦਾ ਢੰਗ ਸਿੱਖ ਨਹੀਂ ਸਕਣਗੇ ਅਤੇ ਘਣੇ ਸਹਿਣਗੇ ਦੁੱਖ, ਉਹਦੇ ਵਿੱਚ ਦੁੱਖ ਪੈਦਾ ਹੋਏਗਾ। ਭਾਵ ਕਿ 27 ਪੱਧਰ 'ਤੇ ਹਨ ਕਿ ਭੋਜਨ ਤਾਂ ਸਰੀਰ ਦੇ ਨਿਰਵਾਹ ਦੇ ਲਈ ਹੈ, ਪਰ ਅੱਜ ਦੇਖੋ ਭੋਜਨ ਦਾ ਹੀ ਜੇ ਅਸੀਂ
ਇੱਕ ਨੁਕਤਾ ਵਾਚ ਲਈਏ ਤੇ ਮਨੁੱਖ ਨੇ ਆਪਣੇ ਭੋਜਨ ਦੀਆਂ ਇੰਨੀਆਂ ਵਿਧਾਵਾਂ ਖੜੀਆਂ ਕਰ ਲਈਆਂ ਨੇ ਤੇ ਮੈਡੀਕਲ ਸਾਇੰਸ ਕਹਿਣ ਲੱਗ ਪਈ ਹੈ ਹੁਣ ਹੌਲੀ ਹੌਲੀ ਕਿ ਵਰਤਮਾਨ ਸਮੇਂ 'ਚ ਮਨੁੱਖ ਦੀਆਂ 70% ਬਿਮਾਰੀਆਂ ਉਹਦੇ ਭੋਜਨ ਨਾਲ ਜੁੜੀਆਂ ਹੋਈਆਂ ਨੇ। ਕਹਿਣ ਲੱਗ ਪਈ ਹੈ ਮੈਡੀਕਲ ਸਾਇੰਸ। ਬੜੇ ਇਸ ਤਰ੍ਹਾਂ ਦੇ ਐਨਾਲਿਸਿਸ ਆਉਂਦੇ ਰਹਿੰਦੇ ਨੇ ਲਗਾਤਾਰ। ਹੁਣ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਜਿੰਨਾ ਖਾਧੀ ਚੋਪੜੀ। ਹੁਣ ਇਹਦੇ ਇੱਕ ਭਾਵ, ਇਹ ਪਹਿਲਾ ਭਾਵ ਅਰਜ ਕਰ ਰਿਹਾ, ਬਾਕੀ ਹੌਲੀ ਹੌਲੀ ਕਰਾਂਗਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿੰਨਾ ਖਾਧੀ ਚੋਪੜੀ, ਜਿਨ੍ਹਾਂ ਨੇ ਚਮਕ ਨੂੰ ਪ੍ਰਮੁੱਖ ਰੱਖਿਆ ਪਰ ਇਹ ਨਹੀਂ ਜਾਣਿਆ ਕਿ ਹੁਣ ਕੁਦਰਤੀ ਹੈ ਕਿ ਜੇ ਕੋਈ ਇੱਕ ਭੋਜਨ ਦਾ ਕੋਈ ਇੱਕ ਰੋਟੀ ਬਣ ਕੇ ਆ ਗਈ ਹੈ ਅਤੇ ਕਈ ਵਾਰੀ ਜੇ ਨਹੀਂ ਚੋਪੜੀ ਗਈ ਜਾਂ ਨਰਮ ਨਹੀਂ ਹੈ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਕੀਮਤੀ ਨਹੀਂ ਹੈ। ਕਿੰਨੇ ਕਣਕ ਦੇ ਦਾਣੇ ਪਿਸੇ ਹਨ, ਉਸ ਤੋਂ ਬਾਅਦ ਉਹਨਾਂ ਨੂੰ ਜਲਾਇਆ ਗਿਆ ਗੁੰਨ ਕੇ ਤਵੇ ਉੱਪਰ, ਫਿਰ ਜਾ ਕੇ ਇੱਕ ਰੋਟੀ ਬਣੀ ਹੈ। ਮਤਲਬ ਫਕੀਰ ਤੋਂ ਵੱਧ ਧਰਤੀ ਦਾ ਅਦਬ ਕੋਈ ਨਹੀਂ ਕਰ ਸਕਦਾ। ਇਹ ਵੀ ਇੱਕ ਜ਼ਿੰਦਗੀ, ਉਹ ਸਾਨੂੰ ਲੱਗਦਾ ਕਿ ਸੁੱਕੀ ਰੋਟੀ ਕਿਸੇ ਕੰਮ ਨਹੀਂ, ਅਤੇ ਇੱਕ ਫਕੀਰ ਨੂੰ ਜਿਹਦਾ ਜੀਵਨ ਬਿਲਕੁਲ ਰੱਬ ਦੇ ਨਾਲ ਉਹਨੇ ਜੋੜ ਲਿਆ ਹੈ ਤਾਂ ਉਹ ਸਮਝਦਾ ਹੈ ਕਿ ਇਹ ਹਰ ਵਸਤ ਕੀਮਤੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿੰਨਾ ਖਾਧੀ ਚੋਪੜੀ, ਜਿਹੜੇ ਉੱਪਰਲੇ ਸਵਾਦਾਂ ਦੇ ਤਲ 'ਤੇ ਰਹੇ, ਇਸ ਗੱਲ ਦਾ ਉੱਤੋਂ ਰਹੇ ਕਿ ਆਹ ਚੀਜ਼ ਬੜੀ ਬਣੀ ਹੈ, ਪਰ ਅਸਲ ਦੇ ਵਿੱਚ ਜਿਹੜਾ ਰਿਜ਼ਕ ਪੈਦਾ ਕਰਨ ਵਾਲਾ ਭਾਵ ਮਾਲਕ ਦੀ ਸ੍ਰਿਸ਼ਟੀ, ਬੀਜ, ਇਹਨੂੰ ਪਾਣੀ, ਹਵਾ, ਜੋ ਸੂਰਜੀ ਰੌਸ਼ਨੀ, ਇਸ ਸਾਰੇ ਕੁਝ ਨੂੰ ਕੱਢ ਕੇ ਜਿਹੜਾ ਕੇਵਲ ਆਪਣੇ ਪਦਾਰਥ ਦੇ ਰਸ ਤੱਕ ਰਿਹਾ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਘਣੇ ਸਹਿਣਗੇ ਦੁੱਖ। ਘਣੇ ਸਹਿਣਗੇ ਦਾ ਦੁੱਖ ਦਾ ਮਤਲਬ ਹੈ ਕਿ ਇਹਨਾਂ ਦੇ ਜੀਵਨ ਵਿੱਚ ਜੇ ਇੱਕ ਭੋਜਨ ਦੇ ਤਲ 'ਤੇ ਸਾਦਗੀ ਜਾਂ ਸਬਰ ਜਾਂ ਠਹਿਰਾਓ ਨਹੀਂ ਆਇਆ ਅਤੇ ਫਿਰ ਇਹਨਾਂ ਦੇ ਜੀਵਨ ਤ੍ਰਿਸ਼ਨਾ ਦੇ ਵਿੱਚ ਲਿਪਤ ਰਹੇਗਾ ਅਤੇ ਤ੍ਰਿਸ਼ਨਾ ਦੁੱਖਾਂ ਦਾ ਕਾਰਨ ਹੁੰਦੀ ਹੈ। ਪਹਿਲਾ ਭਾਵ ਬਾਬਾ ਫਰੀਦ ਸਾਹਿਬ ਜੀ ਇਹ ਅਰਜ਼ ਕਰਦੇ ਹਨ। ਦੂਸਰਾ ਭਾਵ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੋਟੀ ਮੇਰੀ ਕਾਠ ਕੀ। ਹੁਣ ਕਾਠ ਦਾ ਭਾਵ ਲੱਕੜ ਹੁੰਦਾ ਅਤੇ ਜਦੋਂ ਜਿਹੜੀ ਕੋਈ ਵੀ ਅਨਾਜ ਪੱਕ ਜਾਂਦਾ ਹੈ ਉਹ ਸਖਤ ਹੋ ਜਾਂਦਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਕਿ ਜਿੰਨਾ ਕੁਝ ਵੀ ਹੈ, ਜਿਤਨੀ ਵੀ ਬਨਸਪਤੀ ਦੇ ਵਿੱਚ ਅਨਾਜ ਹਨ, ਉਹਨਾਂ ਤੋਂ ਜਿਹੜਾ ਭੋਜਨ ਬਣਦਾ, ਚਲੋ ਹੁਣ ਤਾਂ ਚੀਜ਼ਾਂ ਬਦਲ ਗਈਆਂ, ਹੁਣ ਤਾਂ ਕਣਕ ਦਾ ਆ ਗਿਆ ਜਾਂ ਹੋਰ ਵੀ ਅੱਗੇ ਅੱਗੇ ਬਦਲਦਾ ਜਾ ਰਿਹਾ ਹੈ। ਪਹਿਲੇ ਸਮਿਆਂ ਦੇ ਵਿੱਚ ਜਵਾਰ ਬਾਜਰੇ ਦੀ ਰੋਟੀ ਸੀ ਅਤੇ ਉਹ ਕੁਦਰਤੀ ਪਕਾਉਣ ਤੋਂ ਬਾਅਦ ਹੀ ਕਰੜੀ ਹੋ ਜਾਂਦੀ ਸੀ। ਬਹੁਤਾ ਸਮਾਂ ਨਹੀਂ ਸੀ ਲੱਗਦਾ, ਉਹਨੂੰ ਘੰਟਾ ਕੀ ਬਾਅਦ ਉਹ ਕਰੜੀ ਹੋ ਜਾਂਦੀ, ਸਖਤ ਹੋ ਜਾਂਦੀ ਸੀ। ਅਤੇ ਬਾਬਾ ਫਰੀਦ ਸਾਹਿਬ ਜੀ ਨੂੰ ਕਿਸੇ ਨੇ ਕਿਹਾ ਕਿ ਕਿਤੇ ਆਏ ਉਹਨਾਂ ਕੋਲ ਕੁਝ ਜਗਿਆਸੂ, ਕਹਿੰਦੇ ਪ੍ਰਸ਼ਾਦੇ ਪਾਣੀ ਦੀ ਸੇਵਾ ਕਰੋ। ਅਤੇ ਬਾਬਾ ਫਰੀਦ ਸਾਹਿਬ ਜੀ ਕੋਲੋਂ 4-5 ਪ੍ਰਸ਼ਾਦੇ ਸਨ, ਕੁਝ ਦਿਨਾਂ ਦੇ ਪਏ ਜਾਂ ਸਵੇਰ ਵੇਲੇ ਬਾਜਰੇ ਦੇ ਤਿਆਰ ਕੀਤੇ, ਸਖਤ ਹੋ ਗਏ ਸਨ। ਉਹਨਾਂ ਨੇ ਉਹੀ ਇੱਕ ਇੱਕ ਅੱਗੇ ਰੱਖ ਦਿੱਤਾ ਅਤੇ ਜਲ ਪਰੋਸ ਦਿੱਤਾ। ਉਹ ਕਿੰਨਾ ਚਿਰ ਉਹਨਾਂ ਭੋਜਨ ਸ਼ੁਰੂ ਕੀਤਾ, ਬਾਬਾ ਫਰੀਦ ਸਾਹਿਬ ਜੀ ਨੇਤਰ ਬੰਦ ਕਰਕੇ ਆਪਣਾ ਪ੍ਰਸ਼ਾਦਾ ਛਕ ਲਿਆ ਅਤੇ ਜਲ ਪੀ ਲਿਆ। ਅਤੇ ਜਦੋਂ ਉਹਨਾਂ ਨੇ ਅੱਖਾਂ ਖੋਲ੍ਹੀਆਂ ਅਤੇ ਦੇਖਿਆ ਕਿ ਅਜੇ ਸਾਹਮਣੇ ਪ੍ਰਸ਼ਾਦਾ ਉਵੇਂ ਪਿਆ ਹੋਇਆ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਵੀ ਛਕਿਆ ਨਹੀਂ। ਕਹਿੰਦੇ ਜੀ ਇਹਦੇ ਨਾਲ ਲਾਵਣ ਨਹੀਂ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਵੀ ਤਾਂ ਖਾਧਾ ਹੈ। ਫਿਰ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਚਲੋ ਜੇ ਲਾਵਣ ਨਹੀਂ ਹੈ ਤਾਂ ਰੋਟੀ ਖਾ ਲਓ। ਕਹਿੰਦੇ ਜੇ ਵੀ ਸਖਤ ਹੈ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੰਦਾਂ ਨਾਲੋਂ ਤਾਂ ਸਖਤ ਨਹੀਂ ਹੈ। ਇਸ ਕਰਕੇ ਕਹਿੰਦੇ ਅਸੀਂ ਤਾਂ ਇਹਦੇ 'ਤੇ ਹੀ ਨਿਰਵਾਹ ਕਰਦੇ ਹਾਂ। ਏ ਨਿਜ਼ਾਮੀ ਨੇ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ 'ਤੇ ਪੁਸਤਕ ਲਿਖੀ ਹੈ, ਸਭ ਤੋਂ ਪ੍ਰਮਾਣਿਕ ਪੁਸਤਕ ਮੰਨੀ ਜਾਂਦੀ ਹੈ, ਲਾਈਫ ਐਂਡ ਟਾਈਮਜ਼ ਆਫ ਬਾਬਾ ਫਰੀਦ। ਉਹਦੇ ਵਿੱਚ ਉਹਨਾਂ ਨੇ ਉਹਨਾਂ ਦੀ ਇੱਕ ਦਿਨ ਦੀ ਨਿਰਵਾਹ ਦਾ ਢੰਗ ਦੱਸਿਆ ਕਿ ਬਾਬਾ ਫਰੀਦ ਸਾਹਿਬ ਜੀ ਰੋਜ਼ਾਨਾ ਰੋਜ਼ਾ ਰੱਖਦੇ ਸਨ, ਅਤੇ ਜਦੋਂ ਰੋਜ਼ਾ ਇਫਤਾਰ ਕਰਨਾ ਹੁੰਦਾ ਸੀ ਤਾਂ ਉਹ ਸ਼ਾਮ ਵੇਲੇ ਜਿਹੜਾ ਸੀ ਸ਼ਰਬਤ ਦਾ ਇੱਕ ਗਲਾਸ ਲੈਂਦੇ ਸਨ ਅਤੇ ਉਹਦਾ ਵੀ ਤੀਜਾ ਹਿੱਸਾ ਜਾਂ ਅੱਧਾ ਪੀ ਕੇ ਬਾਕੀ ਆਪਣੇ ਮੁਰੀਦਾਂ 'ਚ ਵੰਡ ਦਿੰਦੇ ਸਨ। ਇੰਨਾ ਜ਼ਿਆਦਾ ਸਾਦਗੀ ਵਾਲਾ ਜੀਵਨ, ਮਤਲਬ ਭੋਜਨ ਦੀ ਲੋੜ ਨਹੀਂ ਸਮਝਣੀ, ਇੰਨਾ ਜ਼ਿਆਦਾ ਉਹ ਕਰਦੇ ਸਨ। ਉਸ ਤੋਂ ਬਾਅਦ ਉਹਨਾਂ ਦੇ ਲਈ 2 ਰੋਟੀਆਂ ਪੇਸ਼ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਦੇ ਵਿੱਚੋਂ ਬੜੀ ਮੁਸ਼ਕਿਲ ਦੇ ਨਾਲ ਕਦੇ ਕਦਾਈ ਇੱਕ ਲੈਂਦੇ ਸਨ, ਇੱਕ ਫਿਰ ਆਪਣੇ ਮੁਰੀਦਾਂ ਦੇ ਵਿੱਚ ਵੰਡ ਦਿੰਦੇ ਸਨ। ਇਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਦਾ ਜੀਵਨ ਉਹ ਏ ਨਿਜ਼ਾਮੀ ਨੇ ਆਪਣੀ ਪੁਸਤਕ 'ਚ ਲਿਖਿਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੋਟੀ ਮੇਰੀ ਕਾਠ ਕੀ। ਕਹਿਣ ਲੱਗੇ ਕਿ ਕਰੜੀ ਹੋ ਗਈ ਹੈ ਅਤੇ ਕਰੜੀ ਨੇ ਵੀ ਸਾਨੂੰ ਇੱਕ ਸੰਕੇਤ ਦੇ ਰਹੀ ਹੈ। ਹੁਣ ਕਰੜੀ ਦੇ ਵਿੱਚੋਂ ਨਾ ਤਾਂ ਚਿੱਥਣ ਦਾ ਸਵਾਦ ਆਏਗਾ, ਇਹ ਦੂਜਾ ਭਾਵ ਅਰਜ ਕਰ ਰਿਹਾ, ਨਾ ਤਾਂ ਚਿੱਥਣ ਦਾ ਸਵਾਦ ਆਏਗਾ, ਜੇ ਬੜੀ ਮੁਸ਼ਕਿਲ ਦੇ ਨਾਲ ਚਿੱਥ ਵੀ ਲਿਆ ਅਤੇ ਜ਼ੁਬਾਨ ਨੂੰ ਕੋਈ ਸਵਾਦ ਨਹੀਂ ਆਏਗਾ। ਪਰ ਜ਼ੁਬਾਨ ਨੂੰ ਵੀ ਸਵਾਦ ਨਹੀਂ ਆਏਗਾ, ਚਿੱਥਣ ਦਾ ਵੀ ਕੋਈ ਸਵਾਦ ਨਹੀਂ ਆਏਗਾ। ਪਰ ਜਦੋਂ ਇਹ ਚੀਜ਼ ਗਲੇ ਤੋਂ ਪਾਸ ਆਊਟ ਹੋ ਕੇ ਹਮੇਸ਼ਾ ਹੇਠਾਂ ਪੇਟ 'ਚ ਚਲੀ ਗਈ ਤਾਂ ਯਕੀਨਨ ਇਹ ਭੁੱਖ ਥੋੜ੍ਹੀ ਬਹੁਤ ਪੂਰੀ ਕਰ ਦੇਵੇਗੀ। ਸੋ ਇਹਦਾ ਭਾਵ ਬੜਾ ਗਹਿਰਾ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਰੋਟੀ ਮੇਰੀ ਕਾਠ ਕੀ। ਹੁਣ ਜਿਵੇਂ ਕਈ ਵਾਰੀ ਜਿਵੇਂ ਦਵਾਈ ਖਾਂਦੇ ਅਸੀਂ,
ਉਸ ਨਾ ਤਾਂ ਉਹਦਾ ਕੋਈ ਸਵਾਦ ਹੁੰਦਾ ਹੈ, ਨਾ ਉਹ ਮੂੰਹ 'ਚ ਘੁਲਦੀ ਹੈ, ਕੌੜੀ ਵੀ ਹੁੰਦੀ ਹੈ, ਪਰ ਅੰਦਰ ਜਾ ਕੇ ਰੋਗ ਤਾਂ ਕੱਟਦੀ ਹੈ ਨਾ ਸਾਡਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੋਟੀ ਮੇਰੀ ਕਾਠ ਕੀ ਜੇ ਕਰੜੀ ਹੈ, ਜੇ ਨਾਲ ਲਾਵਣ ਨਹੀਂ ਵੀ ਹੈਗਾ ਤੇ ਤਾਂ ਵੀ ਤੁਹਾਡੀ ਭੁੱਖ ਪੂਰੀ ਕਰੇਗੀ। ਇਸ ਕਰਕੇ ਭੁੱਖ ਪੂਰੀ ਕਰਨ ਦਾ ਮਤਲਬ ਸਵਾਦ ਜਾਂ ਪਕਵਾਨ ਨਹੀਂ, ਭੁੱਖ ਪੂਰੀ ਕਰਨ ਦਾ ਮਤਲਬ ਹੈ ਸਾਡੇ ਅੰਦਰ ਇੱਕ ਸ਼ੁਕਰ ਹੋਣਾ ਚਾਹੀਦਾ ਹੈ ਕਿ ਕੋਈ ਪਦਾਰਥ ਮਿਲਿਆ। ਮਤਲਬ ਅਸਲ ਦੇ ਵਿੱਚ ਨੁਕਤਾ ਦੱਸ ਰਹੇ ਹਨ। ਹੁਣ ਕੁਦਰਤੀ ਕਰਨੀ ਦਾ ਭੁੱਖ ਪੂਰੀ ਹੈ, ਪਰ ਉਹਦੇ ਅੱਗੇ ਤ੍ਰਿਸ਼ਨਾ ਖੜੀ ਕਰ ਲਈ ਹੈ ਕਿ ਇਸ ਸਵਾਦ ਦੇ ਨੁਕਤੇ ਤੋਂ ਭੁੱਖ ਪੂਰੀ ਕਰਨੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਲਾਵਣ ਮੇਰੀ ਭੁੱਖ, ਭਾਵ ਕਿ ਜਿਹੜੀ ਅੰਦਰ ਭੁੱਖ ਪੈਦਾ ਹੋਈ ਹੈ, ਜੇ ਉਹ ਠੀਕ ਹੈ, ਜੇ ਉਹਦੇ ਅੰਦਰ ਹੁਣ ਭੁੱਖ ਦੇ ਵਿੱਚ ਵੀ ਹੁਣ ਦੋ ਤਰ੍ਹਾਂ ਦੀ ਭੁੱਖ ਹੁੰਦੀ ਹੈ। ਇੱਕ ਭੁੱਖ ਹੈ ਜਿਹੜੀ ਕਹਿੰਦੀ ਹੈ ਬਸ ਸੰਤੋਖ ਭਾਵ ਦੇ ਵਿੱਚ ਆਉਣਾ ਹੈ। ਇੱਕ ਭੁੱਖ ਜਿਹੜੀ ਕਹਿੰਦੀ ਨਹੀਂ ਫਲਾਣੇ ਪਦਾਰਥ ਨਾਲ ਹੀ ਪੂਰੀ ਹੋ ਸਕਦੀ ਹੈ। ਜਿਹੜੀ ਭੁੱਖ ਨੇ ਪਦਾਰਥਾਂ ਦੀ ਚੋਣ ਰੱਖ ਲਈ ਹੈ ਉਹ ਭੁੱਖ ਤ੍ਰਿਸ਼ਨਾ ਹੋਏਗੀ। ਜਿਹੜੀ ਭੁੱਖ ਨੇ ਹੁਣ ਕੁਦਰਤੀ ਹੈ, ਕਦੇ ਦੇਖਣਾ ਮੰਗਤੇ ਦੇ ਜੀਵਨ 'ਚ ਵੀ ਇੱਕ ਇਮਾਨਦਾਰੀ ਹੁੰਦੀ। ਉਹ ਕਹੇਗਾ ਖਾਣ ਲਈ ਦੇ ਦਿਓ, ਜੇ ਤਾਂ ਉਹ ਕਹੇਗਾ ਕੁਝ ਖਾਣ ਲਈ ਦੇ ਦਿਓ, ਜੋ ਦੇ ਦਿੱਤਾ ਜੇ ਉਹਨੇ ਉਂਝ ਖਾ ਲਿਆ ਸਮਝ ਲਓ ਠੀਕ ਮੰਗਤਾ ਹੈ। ਜੇ ਕਹਿੰਦਾ ਖਾਣ ਲਈ ਦੇ ਦਿਓ ਅਤੇ ਬਾਅਦ ਦੇ ਵਿੱਚ ਜਦੋਂ ਕੁਦਰਤੀ ਬਾਅਦ ਦੇ ਵਿੱਚ ਕੋਈ ਚੀਜ਼ ਲਿਆ ਕੇ ਦੇ ਦਿਓ, ਕਵੇ ਮੈਂ ਇਹ ਖਾਂਦਾ ਨਹੀਂ ਜਾਂ ਮੈਨੂੰ ਠੀਕ ਪਸੰਦ ਨਹੀਂ, ਫਿਰ ਕਹਿਣਾ ਪਵੇਗਾ ਕਿ ਮੰਗਤਾ ਨਹੀਂ, ਇਹ ਤ੍ਰਿਸ਼ਨਾ ਦਾ ਬਣਾਇਆ ਹੋਇਆ ਮੰਗਤਾ, ਭੁੱਖ ਦਾ ਮੰਗਤਾ ਨਹੀਂ ਹੈ। ਜੀਵਨ ਦੇ ਵਿੱਚ ਮੈਂ ਕਈ ਦਫਾ ਐਸੇ ਦੇਖੇ ਨੇ ਕਿ ਉਹ ਹੋਰ ਹੀ ਜਿਹੜਾ ਪਦਾਰਥ ਭੁੱਖ ਲਈ ਤਾਂ ਹੁਣ ਭੋਜਨ ਹੀ ਚਾਹੀਦਾ ਅਤੇ ਉਹ ਭੋਜਨ ਦੇ ਰਹੇ, ਭੋਜਨ ਦੇ ਨਾਲ ਸਹਿਮਤ ਨਹੀਂ, ਇਹਦਾ ਮਤਲਬ ਤ੍ਰਿਸ਼ਨਾ ਦਾ ਮੰਗਤਾ ਹੈ, ਲੋੜ ਦਾ ਮੰਗਤਾ ਨਹੀਂ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਲਾਵਣ ਮੇਰੀ ਭੁੱਖ, ਜਿਹੜੀ ਸਾਡੀ ਭੁੱਖ ਦਾ ਪੱਧਰ ਹੈ ਉਹ ਅੰਦਰੋਂ ਪੈਦਾ ਹੋਣਾ। ਅੱਗੇ ਆਖਦੇ ਜਿਨ੍ਹਾਂ ਖਾਧੀ ਚੋਪੜੀ, ਅਤੇ ਜਿਨ੍ਹਾਂ ਨੇ ਸੋਚਿਆ ਕਿ ਨਹੀਂ ਖਾ ਵੀ ਲਈ, ਮਤਲਬ ਸੁੱਕਾ ਚਿੱਥ ਵੀ ਲਿਆ, ਉਹਨੂੰ ਰਸ ਵੀ ਨਹੀਂ ਕੋਈ ਆਇਆ, ਅਤੇ ਮਨ 'ਚ ਖਿਆਲ ਬਣਿਆ ਰਿਹਾ ਕਿਤੇ ਚੋਪੜੀ ਮਿਲ ਜਾਂਦੀ ਤਾਂ ਵੀ ਗੱਲ ਵਧੀਆ ਹੋਣੀ ਸੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਘਣੇ ਸਹਿਣਗੇ ਦੁੱਖ, ਜਿਹੜੀ ਇਹਨਾਂ ਦੇ ਮਨ 'ਚ ਬਣੀ ਹੋਈ ਹੈ ਕਿ ਮਿਲ ਜਾਂਦੀ, ਜਿਹੜੀ ਉਮੀਦ 'ਚ ਬੈਠੇ ਹੋਏ ਹਨ। ਜਿਵੇਂ ਕਈ ਵਾਰੀ ਜਿਹੜੇ ਲੋੜਵੰਦ ਲੋਕ ਨੇ ਭੋਜਨ ਛਕਾ ਵੀ ਦਈਏ ਤਾਂ ਉਹਨਾਂ ਦੇ ਚਿਹਰੇ ਦੇ ਭਾਵ ਨਾ ਉਹ ਹੋਰ ਤਰ੍ਹਾਂ ਦੇ ਹੀ ਰਹਿਣਗੇ। ਉਹ ਇਹ ਨਹੀਂ ਕਹਿਣਗੇ, ਉਹ ਅੰਦਰ ਉਮੀਦ ਲੱਗੀ ਰਹਿੰਦੀ ਹੈ ਕਿ ਮੈਨੂੰ ਇਹ ਚੰਗੇ ਪਕਵਾਨ ਖਿਲਾਉਂਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜੀ ਚੋਪੜੀ ਜਿੰਨਾ ਖਾਧੀ, ਜਿਹੜੀ ਚਮਕ ਜੀ ਦਾ ਖਿਆਲ ਅੰਦਰ ਬਣਿਆ ਰਹਿਣਾ ਹੈ, ਇਹਨੇ ਵੀ ਤੈਨੂੰ ਦੁਖੀ ਰੱਖਣਾ ਹੈ, ਕਿਉਂਕਿ ਜਿਹੜੀ ਚੀਜ਼ ਨੂੰ ਤੂੰ ਗ੍ਰਹਿਣ ਕਰ ਚੁੱਕਾ ਹੈ ਉਹਦੇ ਨਾਲ ਪੂਰਾ ਨਾ ਜੁੜਨ ਕਰਕੇ ਤੇਰੇ ਜੀਵਨ 'ਚ ਸਬਰ ਸ਼ੁਕਰਾਨਾ ਨਹੀਂ ਆਏ। ਦੂਜਾ ਭਾਵ ਹੈ, ਤੀਜਾ ਭਾਵ ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ, ਫਰੀਦਾ ਰੋਟੀ ਮੇਰੀ ਕਾਠ ਕੀ। ਕਹਿੰਦੇ ਕਾਠ ਕੀ ਦਾ ਭਾਵ ਇਹ ਹੈ, ਹੁਣ ਇਹਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਕਾਠ, ਇਹਦਾ ਭਾਵ ਗਹਿਰਾ। ਹੁਣ ਆ ਜਿੰਨੀ ਲੱਕੜ ਬਣਦੀ ਹੈ ਰੁੱਖਾਂ ਦੇ ਰੂਪ ਦੇ ਵਿੱਚ, ਪੇੜਾਂ ਦੇ ਰੂਪ ਵਿੱਚ, ਇਹ ਧਰਤੀ ਵਿੱਚੋਂ ਬਣਦੀ ਹੈ। ਅਤੇ ਇਹਨੂੰ ਕੌਣ ਬਣਾਉਂਦਾ ਹੈ? ਇਹਨੂੰ ਬਣਾਉਂਦਾ ਪਾਣੀ। ਧਰਤੀ 'ਚ ਪਹਿਲਾਂ ਪਾਣੀ ਦਿੰਦੇ ਹਾਂ, ਕੋਈ ਨਿੱਕਾ ਜਿਹਾ ਬੀਜ ਲਾਉਂਦੇ ਹਾਂ ਅਤੇ ਬੀਜ ਵੀ ਆਪਣੇ ਆਪ ਨਹੀਂ ਗਲ ਜਾਂਦਾ, ਉਹਨੂੰ ਪਹਿਲਾਂ ਜ਼ਮੀਨ 'ਚ ਦੱਬਦੇ ਹਾਂ, ਪਾਣੀ ਲਾਉਂਦੇ ਹਾਂ, ਜ਼ਮੀਨ ਨਰਮ ਹੁੰਦੀ ਹੈ ਅਤੇ ਉਹਨੂੰ ਫੁੱਟਣ 'ਚ ਸਹਾਇਤਾ ਮਿਲਦੀ ਹੈ। ਉਸ ਪਾਣੀ ਦੇ ਨਾਲ ਸਾਰੀ ਲੱਕੜ ਬਣਦੀ ਹੈ। ਜਿਉਂ ਪੇੜ ਵੱਧਦਾ ਜਾਂਦਾ, ਉਸ ਪੇੜ ਹੁਣ ਕੁਦਰਤੀ ਹੈ ਹਰੇਕ ਚੀਜ਼ ਦੇ ਵਿੱਚ। ਹੁਣ ਜਿਵੇਂ ਇੱਕ ਕਣਕ ਵਰਗੀ ਫਸਲ ਹੈ, ਉਹਦਾ ਵੀ ਤਣਾ ਭਾਵੇਂ ਹੈ ਤਾਂ ਨਾਲੀ ਵਰਗਾ, ਪਰ ਬਾਲਣ ਦੇ ਵਿੱਚ ਤਾਂ ਉਹ ਵੀ ਪ੍ਰਯੋਗ ਹੁੰਦਾ ਹੈ। ਇਸੇ ਤਰ੍ਹਾਂ ਜਿੰਨੀ ਇਹ ਕਾਠ ਕੀ ਦਾ ਭਾਵ ਕਿ ਰੋਟੀ ਮੇਰੀ ਕਾਠ ਕੀ, ਕਿ ਜਿੰਨੀ ਬਨਸਪਤੀ ਹੈ ਜਿਹੜੀ ਮੌਜੂਦ ਹੈ ਇਹ ਸਾਡੀ ਰੋਟੀ ਵਾਂਗ ਹੈ। ਕਿਉਂਕਿ ਸਾਰਾ ਕੁਝ ਉਤਪਤ ਹੋ ਰਿਹਾ ਜੀਵਨ ਦਾ, ਜਿੰਨਾ ਕੁਝ, ਚਾਹੇ ਕੋਈ ਅਨਾਜ ਬਣ ਰਿਹਾ ਚੋਗ, ਚਾਹੇ ਕੋਈ ਫਲ ਬਣ ਰਿਹਾ ਹੈ, ਚਾਹੇ ਕੁਝ ਹੋਰ ਬਣ ਰਿਹਾ ਹੈ, ਉਹ ਸਾਰਾ ਕੁਝ ਕਹਿੰਦੇ ਪਾਣੀ 'ਤੇ ਆਧਾਰਿਤ ਹੈ। ਅਤੇ ਧਰਤੀ ਜਿਹੜਾ ਬਾਣੀ 'ਚ ਵਾਕ ਹੁੰਦਾ, ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੱਡੇ ਰੈਲਮ ਦੇ ਵਿੱਚ ਜਾਂਦੇ ਨੇ ਕਿ ਇਹ ਸਾਰੀ ਬਨਸਪਤੀ ਜਿਹੜੀ ਮਾਲਕ ਨੇ ਬੰਦੇ ਦੇ ਗੁਜ਼ਰ ਬਸਰ ਦੇ ਲਈ ਪੈਦਾ ਕੀਤੀ ਹੈ, ਕਹਿੰਦੇ ਇਹੀ ਮੇਰੀ ਰੋਟੀ ਹੈ। ਮਤਲਬ ਜੇ ਮੈਨੂੰ ਹੁਣ ਕੁਦਰਤੀ ਰੋਟੀ ਦਾ ਮਤਲਬ ਤ੍ਰਿਪਤ ਹੋਣਾ, ਤ੍ਰਿਪਤ ਕਰਨਾ। ਰੋਟੀ ਦਾ ਮਤਲਬ ਭੋਜਨ ਦਾ ਟੁਕੜਾ ਨਹੀਂ ਹੁੰਦਾ। ਤ੍ਰਿਪਤ ਦਾ ਮਤਲਬ ਇਹ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਜਿਉਣ ਲਈ ਕੀ ਜ਼ਰੂਰੀ ਹੈ? ਸਭ ਤੋਂ ਪਹਿਲਾਂ ਜਿਉਣ ਦੇ ਲਈ ਹਵਾ ਜ਼ਰੂਰੀ ਹੈ, ਸਾਹ ਆਉਣ ਦੇ ਲਈ। ਜੇ ਬਨਸਪਤੀ 'ਚ ਹਵਾ ਹੀ ਮੌਜੂਦ ਨਾ ਹੋਵੇ ਸਾਡਾ ਜੀਵਨ ਨਹੀਂ। ਉਸ ਤੋਂ ਬਾਅਦ ਪਾਣੀ ਮੌਜੂਦ ਹੈ, ਪਾਣੀ ਨਾਲ ਲਗਾਤਾਰ ਸਰੀਰਕ ਕਿਰਿਆਵਾਂ ਚੱਲਣੀਆਂ ਨੇ। ਪਾਣੀ ਤੋਂ ਬਾਅਦ ਭੋਜਨ ਜ਼ਰੂਰੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਤਿੰਨੇ ਚੀਜ਼ਾਂ ਦਾ ਮਾਲਕ ਨੇ ਪੈਦਾ ਕੀਤੀਆਂ ਹੋਈਆਂ ਨੇ।
ਉਸ ਤੋਂ ਬਾਅਦ ਤੇਰੇ ਸਰੀਰ ਦੇ ਵਿੱਚ ਇਹ ਵਿਧਾਨ ਵੀ ਬਣਾਇਆ ਕਿ ਤੈਨੂੰ ਇਹਨਾਂ ਚੀਜ਼ਾਂ ਦੀ ਭੁੱਖ ਲੱਗਦੀ ਹੈ, ਪਰ ਤੇਰੀ ਬੇਈਮਾਨੀ ਹੈ ਕਿ ਤੂੰ ਇਸ ਭੁੱਖ ਨੂੰ ਤ੍ਰਿਸ਼ਨਾ ਦੇ ਵਿੱਚ ਲੈ ਜਾਣਾ, ਸਵਾਦਾਂ ਵਿੱਚ ਪਾ ਲੈਣਾ ਹੈ। ਨਾ ਹਵਾ ਜਿਹੜੀ ਰੋਜ਼ਾਨਾ ਲੈ ਰਿਹਾ ਬਲ ਨਾ ਉਹਦਾ ਖਿਆਲ ਕਰਦਾ ਹੈ, ਨਾ ਜਿਹੜਾ ਪਾਣੀ ਪੀ ਰਿਹਾ ਉਹਦਾ ਕੋਈ ਅਦਬ ਹੈ, ਨਾ ਭੋਜਨ ਖਾਣ ਦਾ ਹੀ ਤੇਰੇ ਅੰਦਰ ਕੋਈ ਸਤਿਕਾਰ ਹੈ। ਤਾਂ ਕਹਿੰਦੇ ਫਿਰ ਤੈਨੂੰ ਹੋਰ ਕੀ ਚਾਹੀਦਾ? ਜਿੰਨਾ ਖਾਦੀ ਚੋਪੜੀ ਜੇ ਹੋਰ ਕਿਸੇ ਕਿਸਮ ਦੀ ਵਾਸਨਾ ਹੈ, ਘਣੇ ਸਹਿਣਗੇ ਦੁੱਖ, ਤਾਂ ਵੀ ਤੇਰੇ ਜੀਵਨ ਦੇ ਵਿੱਚ ਦੁੱਖ ਪੈਦਾ ਹੋਵੇਗਾ। ਤੀਜਾ ਭਾਵ, ਚੌਥਾ ਭਾਵ ਆਪਦੇ ਸਨਮੁਖ ਅਰਜ਼ ਕਰਦਿਆਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੋਟੀ ਮੇਰੀ ਕਾਠ ਕੀ। ਹੁਣ ਇਹ ਹੋ ਗਏ ਨੁਕਤੇ। ਹੁਣ ਬੰਦਗੀ ਦੇ ਨੁਕਤੇ ਤੋਂ, ਜਿਹੜਾ ਕਹਿੰਦੇ ਬੰਦਗੀ ਮਾਰਗ 'ਤੇ ਚੱਲਣਾ ਸੀ, ਅਤੇ ਬੰਦਗੀ ਮਾਰਗ 'ਤੇ ਚੱਲਦਿਆਂ ਸ਼ਾਇਦ ਆਪ ਜੀ ਨੇ ਸੁਣਿਆ ਹੋਵੇ ਕਦੇ, ਕਹਿੰਦੇ ਕੋਈ ਨਾ ਬੰਦਾ ਸਾਧ ਬਣ ਤੁਰ ਪਿਆ, ਕਹਿੰਦਾ ਫਕੀਰ ਹੋਣਾ। ਉਹ ਕਿਸੇ ਫਕੀਰਾਂ ਦੇ ਡੇਰੇ 'ਚ ਚਲਾ ਗਿਆ ਵੀ ਮੈਂ ਜੀ ਫਕੀਰ ਹੋਣਾ, ਸਾਧੂ ਬਣਨਾ। ਠੀਕ ਹੈ ਜੀ। ਕਹਿੰਦੇ ਉਹ ਸ਼ਾਮ ਵੇਲੇ ਜਦੋਂ ਭੋਜਨ ਖਾਣ ਲੱਗਾ, ਪਹਿਲੇ 2-3 ਦਿਨ ਤਾਂ ਭੋਜਨ ਮਿਲਿਆ ਹੀ ਨਾ, ਡੇਰੇ 'ਚ ਆਇਆ ਨਾ, ਬੈਠਾ ਰਿਹਾ ਵਿਚਾਰਾ ਭੁੱਖਾ, ਪਾਣੀ ਪੂਣੀ ਪੀ ਕੇ ਗੁਜ਼ਾਰਾ ਕਰ ਲਿਆ। ਤੀਜੇ ਦਿਨ ਬਾਅਦ ਭੋਜਨ ਆਇਆ, ਕੋਈ ਦੇ ਕੇ ਗਿਆ, ਰੋਟੀਆਂ ਵੀ ਕਰੜੀਆਂ ਸਨ, ਅਤੇ ਜਿਹੜੀ ਚਟਣੀ ਉਹਨੇ ਸਮਝਿਆ ਕੋਈ ਪੁਦੀਨੇ ਆਦਿਕ ਦੀ ਹੋਏਗੀ, ਹਰੇ ਰੰਗ ਦੀ ਹੈਗੀ ਸੀ ਉਹ ਨਿੰਮ ਦੇ ਪੱਤਿਆਂ ਦੀ, ਬਹੁਤ ਜ਼ਿਆਦਾ ਕੌੜੀ ਸੀ। ਉਹ ਬਾਕੀ ਫਕੀਰ ਜਿਹੜੇ ਅਸਲੀ ਸਨ, ਜਦੋਂ ਖਾਣ ਲੱਗੇ ਉਹਨਾਂ ਨੇ ਅੱਲਾਹ ਤਾਲਾ ਦਾ ਸ਼ੁਕਰ ਕੀਤਾ। ਉਹ ਰੋਟੀ ਜਿਹੜੀ ਨਿੰਮ ਦੇ ਪੱਤਿਆਂ ਦੀ ਚਟਣੀ ਦੇ ਨਾਲ ਬਣਾ ਕੇ ਅਤੇ ਉਂਝ ਹੀ ਖਾ ਲਈ, ਕੋਈ ਇਤਰਾਜ਼ ਨਹੀਂ ਕੀਤਾ, ਕੋਈ ਮੂੰਹ ਨਹੀਂ ਮਰੋੜਿਆ, ਆਰਾਮ ਨਾਲ ਖਾ ਗਏ। ਉਹਨੇ ਵੀ ਖਾ ਲਈ ਜਿਹੜਾ ਬਣ ਗਿਆ ਸੀ ਨਵਾਂ ਸਾਧੂ। ਜਦੋਂ ਸਾਰੇ ਰੋਟੀ ਖਾ ਉੱਠੇ ਅਤੇ ਕਹਿਣ ਲੱਗਾ ਕਿ ਤੁਹਾਡਾ ਕਾਹਦਾ ਜੀਵਨ ਹੈ, ਨਿਰੀ ਜ਼ਹਿਰ ਖਾਈ ਜਾ ਰਹੇ ਹੋ। ਕਹਿੰਦਾ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਿਹੜੀ ਸਬਜ਼ੀ ਕਿਵੇਂ ਦੀ ਹੋਣੀ ਚਾਹੀਦੀ ਰੋਟੀ ਦੇ ਨਾਲ। ਅਤੇ ਉਹਨਾਂ ਦੇ ਵਿੱਚੋਂ ਕੋਈ ਸਿਆਣਾ ਫਕੀਰ ਸੀ, ਉਹਨੇ ਕੇਵਲ ਇੰਨਾ ਹੀ ਕਿਹਾ ਕਿ ਸਾਧਾਂ ਨੂੰ ਸਾਧ ਅਤੇ ਸਵਾਦ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜੇ ਸਾਧ ਹੋਣਾ ਤਾਂ ਸਾਰੇ ਸਵਾਦਾਂ ਦਾ ਤਿਆਗ, ਖਾਣ ਦਾ ਵੀ, ਵੇਖਣ ਦਾ ਵੀ, ਪਹਿਨਣ ਦਾ ਵੀ, ਮਾਨਣ ਦਾ ਵੀ, ਹੰਢਾਉਣ ਦਾ ਵੀ, ਸਾਰੇ ਸਵਾਦਾਂ ਦਾ ਤਿਆਗ ਦਾ ਨਾਮ ਸਾਧ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਧ ਅਤੇ ਸਵਾਦ ਲਿਖਣਾ ਹੋਵੇ ਨਾ, ਤਾਂ ਕਹਿੰਦਾ ਵਿੱਚੋਂ ਵਾਵੇ ਨੂੰ ਕੱਢ ਦਈਏ ਫਿਰ ਸਾਧ ਬਣਦਾ। ਵਾਵੇ ਨੂੰ ਕੱਢ ਦਈਏ, ਵਾਵੇ ਦਾ ਮਤਲਬ ਹੁੰਦਾ ਵਿਪਰੀਤ, ਕਿ ਸਾਧ ਦੇ ਵਿਪਰੀਤ ਨੇ ਇਹ ਸਾਰੀਆਂ ਚੀਜ਼ਾਂ, ਅਤੇ ਵਿੱਚੋਂ ਵਿਪਰੀਤ ਸਾਰੇ ਉਲਟ ਨੂੰ ਕੱਢੇਗਾ ਫਿਰ ਸਾਧ ਬਣੇਗਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੋਟੀ ਮੇਰੀ ਕਾਠ ਕੀ ਦਾ ਭਾਵ ਇਹ ਹੈ ਕਿ ਬੰਦਗੀ ਮਾਰਗ 'ਤੇ ਚੱਲਣਾ ਹੈ ਅਤੇ ਸਵਾਦਾਂ ਦਾ ਤਿਆਗ ਕਰਨਾ ਪੈਂਦਾ ਹੈ। ਇਸ ਕਰਕੇ ਬੰਦਗੀ ਮਾਰਗ 'ਤੇ ਚੱਲਦਿਆਂ ਜੇ ਰੋਟੀ ਲੱਕੜ ਵਰਗੀ ਖਾਣੀ ਵੀ ਪਵੇ, ਬਾਬਾ ਭਗਤ ਕਬੀਰ ਸਾਹਿਬ ਦੇ ਸਲੋਕਾਂ ਵਿੱਚ ਜ਼ਿਕਰ ਆਇਆ ਸੀ ਨਾ, ਕਬੀਰ ਭਲੀ ਮਧੂਕਰੀ। ਕਹਿੰਦੇ ਜੇ ਬੰਦਗੀ ਕਰਨ ਦੇ ਲਈ ਮੰਗਣਾ ਵੀ ਪਵੇ ਅਤੇ ਮੰਗ ਕੇ ਗੁਜ਼ਾਰਾ ਕਰਨਾ ਪਵੇ ਤਾਂ ਵੀ ਉੱਤਮ ਹੈ ਕਿ ਬੰਦਗੀ ਪਰ ਮੁੱਖ ਰਹੇ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਬੰਦਗੀ ਦੇ ਮਾਰਗ 'ਤੇ ਚੱਲਦਿਆਂ ਕਾਠ ਵਰਗੀ ਰੋਟੀ ਦਾ ਸਾਹਮਣਾ ਕਰਨਾ ਪਵੇ ਜਾਂ ਖਾਣੀ ਪਵੇ, ਤਾਂ ਮਨੁੱਖ ਨੂੰ ਉਹਦੇ ਨਾਲ ਹੀ ਸ਼ੁਕਰਗੁਜ਼ਾਰ ਹੋ ਜਾਣਾ ਚਾਹੀਦਾ ਅਤੇ ਆਪਣੀ ਭੁੱਖ ਨੂੰ ਹੀ ਲੂਣਾ ਬਣਾ ਲੈਣਾ ਚਾਹੀਦਾ। ਕਿਸੇ ਦੂਜੇ, ਹੁਣ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਉਦਾਸੀਆਂ ਦੇ ਸਮੇਂ 'ਤੇ ਗਏ। ਹੁਣ ਤਾਂ ਚਲੋ ਆਬਾਦੀ ਬੜੀ ਸੰਘਣੀ ਹੋ ਗਈ ਹੈ, ਕਿਸੇ ਇੱਕ ਨਗਰ ਤੋਂ ਦੂਜੇ ਨਗਰ ਦੇ ਵਿੱਚ ਸਾਰੀ 2 ਕਿਲੋਮੀਟਰ ਦੀ ਦੂਰੀ ਹੁੰਦੀ। ਆਪ ਜੀ ਇੱਥੋਂ ਚੱਲ ਪਓ ਅੰਮ੍ਰਿਤਸਰ ਤੱਕ, ਸ਼ਾਇਦ ਹੀ ਆ ਕਿਤੇ ਵਿੱਚ 15-20 ਕਿਲੋਮੀਟਰ ਦਾ ਵਕਫਾ ਮਿਲੇ, ਬੜੇ ਨੇੜੇ ਆਬਾਦੀ ਹੈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ 1479 ਤੋਂ 99 ਤੋਂ ਉਦਾਸੀਆਂ ਸ਼ੁਰੂ ਕਰਦੇ ਨੇ। ਉਦੋਂ ਇੰਨੀ ਸੰਘਣੀ ਆਬਾਦੀ ਨਹੀਂ ਸੀ, ਕਿੰਨੀ ਦੂਰ ਨਗਰ ਸਨ। ਅਤੇ ਇਹ ਵੀ ਜ਼ਿਕਰ ਮਿਲਦਾ ਹੈ ਕਿ ਕਈ ਜਗ੍ਹਾ ਲੋਕ ਬਹਿਣ ਹੀ ਨਹੀਂ ਦਿੰਦੇ ਸਨ, ਕਹਿੰਦੇ ਅਸੀਂ ਫਕੀਰਾਂ ਨੂੰ ਬਹਿਣ ਨਹੀਂ ਦੇਣਾ, ਧੱਕੇ ਮਾਰ ਕੇ ਉਠਾ ਦਿੰਦੇ ਸਨ। ਤਾਂ ਹੁਣ ਪੱਲੇ ਰੋਟੀਆਂ ਤਾਂ ਵਧੀਆਂ ਹੋਈਆਂ ਨਹੀਂ ਹੈ। ਜਾਂ ਅੱਜ ਦੇ ਸਮੇਂ 'ਚ ਜਿਹੜਾ ਡਿਜੀਟਲ ਕਿਸਮ ਦੇ ਭੋਜਨ ਆ ਗਏ ਨੇ, ਫੋਨ ਕਰੋ ਘਰੇ ਆ ਜਾਂਦਾ, ਐਵੇਂ ਦਾ ਤਾਂ ਉਦੋਂ ਕੁਝ ਹੈ ਨਹੀਂ ਸੀ। ਤਾਂ ਕੁਦਰਤੀ ਹੈ ਕਦੇ ਕਦਾਏ ਰੋਟੀ ਮਿਲਦੀ ਹੋਏਗੀ, ਜਾਂ ਜਦੋਂ ਕਦੇ ਕੋਈ ਸ਼ਰਧਾਲੂ ਮਿਲਦੇ ਹੋਣਗੇ ਉਹ ਦਿੰਦੇ ਹੋਣਗੇ, ਉਹਦੇ ਨਾਲ ਹੀ ਨਿਰਵਾਹ ਕਰਕੇ ਚੱਲੀ ਜਾਂਦੇ ਸਨ। ਹੋ ਸਕਦਾ ਕੋਈ ਰੋਟੀ ਦੇ ਦਿੰਦਾ ਹੋਵੇ, ਸਬਜ਼ੀ ਦੇ ਹੀ ਨਾ ਸਕਦਾ ਹੋਵੇ। ਅੱਜ ਵੀ ਗਜਾ ਕਰਨ ਜਾਈਏ, ਜਿਨ੍ਹਾਂ ਨੇ ਕਦੇ ਦੇਖਿਆ ਹੋਏਗਾ ਗਜਾ ਦਾ ਮਤਲਬ ਪ੍ਰਸ਼ਾਦੇ ਇਕੱਠੇ ਕਰਨ ਦਾ, ਉਹਦੇ ਵਿੱਚ ਇਕੱਲੇ ਪ੍ਰਸ਼ਾਦੇ ਦਿੱਤੇ ਜਾਂਦੇ ਨੇ, ਬਹੁਤ ਘੱਟ ਬੰਦੇ 4 ਆਦਿਕ ਦਿੰਦੇ ਨੇ। ਤਾਂ ਕੁਦਰਤੀ ਜਿਹਨੇ ਪ੍ਰਸ਼ਾਦਾ ਦੇ ਦਿੱਤਾ, ਉਸ ਤੋਂ ਬਾਅਦ ਜੇ ਕਹੇ ਜੀ ਹੁਣ ਸਬਜ਼ੀ ਨਹੀਂ, ਰੋਟੀ ਨਹੀਂ ਖਾਧੀ ਜਾਣੀ, ਤਾਂ ਫਿਰ ਤਾਂ ਬੰਦਗੀ ਮਾਰਗ 'ਤੇ ਨਾ ਚੱਲਿਆ ਗਿਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਕਿੰਨਾ ਜੀਵਨ ਨਿਰਵਾਹ ਕੀਤਾ ਹੋਏਗਾ, ਨਾਲ ਭਾਈ ਮਰਦਾਨਾ ਜੀ ਕਿੰਨੇ ਦਿਨ ਫਾਕੇ ਕੱਟੇ ਹੋਣਗੇ ਕਿ ਖਾਣ ਨੂੰ ਕੁਝ ਨਹੀਂ, ਖਾਣ ਨੂੰ ਤਾਂ ਕਿ ਕਈ ਪੀਣ ਨੂੰ ਵੀ ਨਹੀਂ ਕੁਝ ਮਿਲਿਆ ਹੋਏਗਾ। ਜਿਵੇਂ ਕਈ ਵਾਰੀ ਮਾਰੂਥਲਾਂ ਦੇ ਇਲਾਕਿਆਂ ਵੱਲ ਗੁਰੂ ਨਾਨਕ ਸਾਹਿਬ ਗਏ, ਉੱਥੇ ਤਾਂ ਪੀਣ ਦੀ ਵੀ ਸੰਭਾਵਨਾ ਨਹੀਂ ਰਹੀ ਹੋਵੇਗੀ, ਪਾਣੀ ਆਦਿਕ ਵੀ ਮਿਲ ਜਾਵੇ।
ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਬੰਦਗੀ ਮਾਰਗ 'ਤੇ ਚੱਲਣਾ ਹੈ, ਜਿਵੇਂ ਮੰਨ ਲਾ ਤੇਰੀ ਰੋਟੀ ਲੱਕੜ ਵਾਂਗ ਸਖਤ ਹੋ ਗਈ ਹੈ, ਇੰਜ ਬੰਦਗੀ ਮਾਰਗ ਵੀ ਸਖਤ ਹੈ। ਜੇ ਆਪਣੇ ਆਪ ਨੂੰ ਸਬਰ, ਸ਼ੁਕਰ, ਸੰਤੋਖ, ਸਵਾਦਾਂ ਤੋਂ ਮੁਕਤ ਕਰਕੇ ਠੋਸ ਨਹੀਂ ਬਣਾਏਗਾ ਅਤੇ ਅੰਦਰ ਪਿਰਦੇ ਮਿਲਾਪ ਦੀ ਭੁੱਖ ਨਹੀਂ ਪੈਦਾ ਕਰੇਗਾ, ਅਤੇ ਇਹ ਜਿਹੜਾ ਫਕੀਰੀ ਮਾਰਗ ਤੇਰੇ ਤੋਂ ਪੂਰਾ ਨਹੀਂ ਨਿਭਣਾ। ਪਦਾਰਥਾਂ ਦੇ ਸਵਾਦ ਨੇ ਮਾਲਕ ਦੀ ਭੁੱਖ ਨਹੀਂ ਪੈਦਾ ਹੋਣ ਦੇਣੀ, ਕਿਉਂਕਿ ਸਾਰੀ ਸੁਰਤੀ ਤਾਂ ਇੱਧਰ ਲੱਗਦੀ ਰਹਿਣੀ ਹੈ। ਹੁਣ ਕਈ ਦੇਖਦਾ, ਮੈਂ ਹੈਰਾਨ ਆਪਣੇ ਨਿੱਜ ਅਨੁਭਵ ਤੋਂ ਦੇਖਦਾ, ਜੀਵਨ ਦੇ ਵਿੱਚ ਕੁਦਰਤੀ ਹੈ, ਮੇਰਾ ਆਪਣਾ ਭੋਜਨ ਕਰਨ ਦਾ ਸਮਾਂ ਨਿਸ਼ਚਿਤ ਨਹੀਂ ਹੈ, ਸਰੀਰ ਦੀ ਭੁੱਖ ਦੇ ਉੱਪਰ ਨਿਰਧਾਰਿਤ ਰੱਖਿਆ, ਪਰ ਕਈ ਵਾਰੀ ਸੁੱਧ ਜੀਵਨ ਦੇ ਵਿੱਚ ਕੰਮ ਇੱਕ 500 ਕੈਲਰੀ ਨੂੰ ਵੀ ਬਰਨ ਕਰਨ ਵਾਲਾ ਨਹੀਂ ਕਰਦੇ, ਪਰ ਜਿਹੜਾ ਭੋਜਨ ਹੈ ਦਿਨ ਦੇ ਵਿੱਚ 4 ਸਮੇਂ 5000 ਕੈਲਰੀ ਵਾਲਾ ਲੈ ਰਹੇ ਨੇ। ਕੰਮ 500 ਕੈਲਰੀ ਨੂੰ ਬਰਨ ਕਰਨ ਵਾਲਾ ਵੀ ਨਹੀਂ ਕਰਦੇ, ਅਤੇ ਜਿਹੜਾ ਭੋਜਨ ਹੈ ਉਹ 5000 ਕੈਲਰੀ ਵਾਲਾ ਲੈ ਰਹੇ ਨੇ। ਮਤਲਬ ਧਰਤੀ ਦੇ ਹਿੱਸੇ ਨੂੰ ਜਾਣ ਬੁੱਝ ਕੇ ਹੀ ਮੱਲ ਬਣਾਈ ਜਾ ਰਹੇ ਨੇ, ਸਾਰਾ ਦਿਨ ਖਾ ਖਾ ਕੇ ਮੱਲ ਬਣਾਈ ਜਾਣਾ। ਜਾਂ ਤਾਂ ਹੋਵੇ ਨਾ ਫੁੱਲ ਬਣਨੇ ਬਾਅਦ ਦੇ ਵਿੱਚ ਬੰਦਾ ਖਾਈ ਜਾਵੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੋਟੀ ਮੇਰੀ ਕਾਠ ਕੀ, ਜਿਹੜਾ ਬੰਦਗੀ ਮਾਰਗ ਹੈ ਇਹਦੀ ਜਿਹੜੀ ਸਾਧਨਾ ਹੈ ਲੱਕੜ ਦੀ ਰੋਟੀ ਵਾਂਗ ਸਖਤ ਹੈ, ਪਰ ਜੇ ਤੇਰੇ ਅੰਦਰ ਭੁੱਖ ਹੋਈ ਮਾਲਕ ਦੇ ਪਿਆਰ ਦੀ, ਉਹਦੀ ਕਿਰਪਾ ਦੀ, ਤਾਂ ਤੂੰ ਇਹਨਾਂ ਭੁੱਖਾਂ ਨੂੰ, ਇਹਨਾਂ ਬੇਸਵਾਦਾਂ ਨੂੰ ਵੀ ਜਰ ਕੇ ਉਹਦੇ ਮਾਰਗ 'ਤੇ ਚੱਲੇਗਾ। ਕਿਉਂਕਿ ਮਾਰਗ ਹੈ ਕਿ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ, ਕਿ ਨਹੀਂ ਪੁੱਜ ਸਕਦੀਆਂ ਫਿਰ ਇਹਨਾਂ ਨੂੰ ਤਿਆਗ ਦਿੱਤਾ ਜਾਵੇ। ਤਾਂ ਆਖਦੇ ਹਨ ਜਿਨ੍ਹਾਂ ਖਾਧੀ ਚੋਪੜੀ, ਭਾਵ ਕਿ ਜਿਨ੍ਹਾਂ ਨੇ ਬੰਦਗੀ ਮਾਰਗ ਨੂੰ ਸਾਦਗੀ ਦੇ ਵਿੱਚ ਚੱਲਣ ਦੀ ਬਜਾਏ, ਸਬਰ ਸ਼ੁਕਰਾਨੇ ਸਹਿਜ ਨਾਲ ਚੱਲਣ ਦੀ ਬਜਾਏ ਚਮਕ ਦਮਕ ਵਾਲੇ ਬਣਾ ਕੇ ਰੱਖਿਆ। ਅੱਜ ਧਾਰਮਿਕ ਲੋਕ ਤੁਹਾਨੂੰ ਬੜੀ ਚਮਕ ਦਮਕ 'ਚ ਦਿਖਣਗੇ, ਵਸਤਰਾਂ ਦੇ ਵੀ 50 ਰੰਗ, ਚੀਜ਼ਾਂ ਵੀ ਬ੍ਰਾਂਡਡ, ਪਤਾ ਨਹੀਂ ਕੀ ਕੁਝ, ਬੰਦਾ ਮੂੰਹ ਹੀ ਬਹਿਰੂਪੀਆ ਜਿਹਾ ਬਣਿਆ ਹੁੰਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਨ੍ਹਾਂ ਬੰਦਗੀ ਮਾਰਗ 'ਤੇ ਚੱਲਦਿਆਂ ਹੋਇਆਂ ਜਿਵੇਂ ਚੋਪੜੀ ਦੇ ਨਾਲ ਰੋਟੀ ਚਮਕਣ ਲੱਗ ਪੈਂਦੀ ਹੈ, ਜਿਨ੍ਹਾਂ ਨੇ ਅੰਤਰੀਵੀ ਸਹਿਜ ਗੁਣਾਂ ਨੂੰ ਧਾਰਨ ਕਰਨ ਦੀ ਬਜਾਏ ਜਿਹੜੇ ਚਮਕਦਾਰ ਵੇਸ ਬਣਾ ਕੇ ਰੱਖੇ, ਚਮਕਦਾਰ ਗੱਲਾਂ ਬਣਾ ਕੇ ਰੱਖੀਆਂ, ਪਰ ਜੀਵਨ ਦੇ ਵਿੱਚ ਕੋਈ ਪਕਿਆਈ ਨਹੀਂ ਸੀ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਘਣੇ ਸਹਿਣਗੇ ਦੁੱਖ, ਕਿਉਂਕਿ ਉਹਨਾਂ ਦਾ ਵੇਸ ਦੂਜਿਆਂ ਨੂੰ ਭਰਮਾ ਦਿੰਦਾ ਹੈ ਅਤੇ ਭਰਮਾਉਣ ਕਰਕੇ ਮੁਸ਼ਕਿਲ ਹੋਣਗੇ। 4 ਭਾਵ ਆਪ ਜੀ ਦੇ ਨਾਲ ਅਰਜ਼ ਕੀਤੇ ਹਨ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਜਿਹਨੂੰ ਇਹ ਚੌਵੇਂ ਨੁਕਤੇ ਜੀਵਨ ਦੇ ਵਿੱਚ ਸਮਝ ਆ ਜਾਣ, ਜੇ ਜਿਹਨੂੰ ਇਹ ਸਮਝ ਆ ਗਈ, ਉਹ ਅੱਜ ਤੋਂ ਬਾਅਦ ਰੋਟੀ ਨੂੰ ਵੀ ਕਿਸੇ ਹੋਰ ਢੰਗ ਦੇ ਨਾਲ ਦੇਖੇਗਾ। ਸ਼ਾਇਦ ਆਪ ਜੀ ਨੂੰ ਸਨਾਤਨ ਮਤ ਦੀ ਪਰੰਪਰਾ ਦਾ ਗਿਆਨ ਪਤਾ ਹੋਵੇ, ਜਿਹੜੇ ਅੱਜ ਵੀ ਉਹਨਾਂ ਦੇ ਵਿੱਚ ਚੱਲਦੇ ਨੇ। ਉਹਨਾਂ ਦੇ ਸਾਹਮਣੇ ਭੋਜਨ ਪੇਸ਼ ਹੋਵੇ, ਉਹ ਪਹਿਲਾਂ ਨਮਸਕਾਰ ਕਰਦੇ ਨੇ। ਨਮਸਕਾਰ ਮਤਲਬ ਮੱਥਾ ਟੇਕਦੇ ਨੇ। ਕਾਰਨ ਕੀ? ਔਰ ਉੱਚੇ ਥਾਂ 'ਤੇ ਰੱਖ ਕੇ। ਉਹਦਾ ਕਾਰਨ ਕੀ ਹੈ? ਉਹ ਮੰਨਦੇ ਨੇ ਕਿ ਜਿੰਨੇ ਅਨਾਜ ਨੇ ਜਾਂ ਜਿੰਨੀਆਂ ਸਬਜ਼ੀਆਂ ਨੇ, ਜਿੰਨੀਆਂ ਵਸਤਾਂ ਸਾਡੇ ਸਾਹਮਣੇ ਆਈਆਂ ਨੇ, ਇਹਨਾਂ ਸਾਰੀਆਂ ਨੇ ਤਿਆਗ ਕੀਤਾ ਹੈ। ਕਣਕ ਦੇ ਦਾਣੇ ਨੇ ਆਪਣਾ ਤਿਆਗ ਕੀਤਾ ਅਤੇ ਆਪਣੇ ਆਪ ਨੂੰ ਚੱਕੀ ਦੇ ਪਿਸਣ ਵਿੱਚ ਮਨਜ਼ੂਰ ਕਰਵਾ ਲਿਆ। ਉਸ ਤੋਂ ਬਾਅਦ ਜਲਣਾ ਵੀ ਮਨਜ਼ੂਰ ਕਰਵਾਇਆ। ਉਸ ਤੋਂ ਬਾਅਦ ਹੁਣ ਦੰਦਾਂ ਨਾਲ ਚਿੱਥ ਕੇ ਉਹਦਾ ਰੂਪ ਕੀ ਰਹੇਗਾ? ਮਲ ਬਣ ਜਾਏਗਾ। ਇੰਨੇ ਤਿਆਗ ਕਰਕੇ ਇਹ ਸਾਰੇ ਦੇਵਤੇ ਸਾਡੇ ਸਨਮੁਖ ਆਏ ਨੇ। ਇਹਨਾਂ ਨੂੰ ਮੱਥਾ ਟੇਕਣਾ ਮਤਲਬ ਇਹਨਾਂ ਦਾ ਸਤਿਕਾਰ ਕਰਨਾ, ਕਿ ਤੁਹਾਡੇ ਤਿਆਗ ਕਰਕੇ ਹੀ ਸਾਡਾ ਜੀਵਨ ਹੈ। ਜੇ ਤੁਸੀਂ ਤਿਆਗ ਨਾ ਕਰੋ ਜਾਂ ਤੁਹਾਨੂੰ ਤਿਆਗ ਵਿੱਚ, ਵਿਧਾਨ ਵਿੱਚ ਮਾਲਕ ਨੇ ਨਾ ਪਾਇਆ ਹੋਵੇ, ਬੰਦਾ ਮਰ ਜੇ ਭੁੱਖਾ। ਇਸ ਕਰਕੇ ਫਲ, ਅਨਾਜ, ਜੋ ਕੁਝ ਵੀ ਹੈ, ਉਹ ਸਾਰਾ ਕੁਝ ਨੂੰ ਤਿਆਗ, ਤੁਹਾਡੇ ਤਿਆਗ ਕਰਕੇ ਮਨੁੱਖ ਜੀਵਤ ਰਹਿੰਦਾ। ਅਤੇ ਆਸਾ ਦੀ ਵਾਰ ਦੀ ਬਾਣੀ 'ਚ ਸਿਧਾਂਤ ਆਉਂਦਾ ਹੈ ਕਿ ਅੰਨ ਦੇਵਤਾ ਬੈਸੰਤਰ ਦੇਵਤਾ, ਲੂਣ ਪੰਜਵਾ ਪਾਇਆ ਕਿਰਤ, ਕਿ ਦੇਵਤਿਆਂ ਵਾਂਗ ਹਨ, ਕਿ ਦੇਵਤੇ ਦਾ ਭਾਵ ਮਨੁੱਖ ਨੂੰ ਜਿਉਂਦਾ ਰੱਖਦੇ ਨੇ, ਜੀਵਨ ਚਲਾਈ ਰੱਖਦੇ ਨੇ। ਪਰ ਆਖਦੇ ਹਨ ਪੰਜਵਾਂ ਪਾਇਆ ਕਿਰਤਾ, ਹੋਆ ਪਾਕ ਪਵਿੱਤ, ਪਾਪੀ ਸਿਓ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਜਿਤ ਮੁਖ ਨਾਮ ਨਾ ਉਚਰੇ, ਬਿਨ ਰਾਵੈ ਰਸ ਖਾਏ, ਨਾਨਕ ਏਵੈ ਜਾਣੀਐ, ਤਿੱਤ ਮੁਖ ਥੁੱਕਾਂ ਪਾਹੇ। ਕਿ ਉਹਨਾਂ ਵਿਚਾਰਿਆਂ ਨੇ ਤਿਆਗ ਕਰਕੇ ਤੇਰੇ ਜੀਵਨ ਨੂੰ ਚਲਾਇਆ ਅਤੇ ਤੂੰ ਉਹਨਾਂ ਦੀ ਨਰਾਦਰੀ ਕਰਨ ਲੱਗ ਪਿਆ। ਪਹਿਲਾਂ ਦੀ ਇਹਦੇ ਵਿੱਚ ਆਹ ਘੱਟ ਹੈ, ਇਹਦੇ ਵਿੱਚ ਆਹ ਵੱਧ ਹੈ, ਇਹ ਇੰਜ ਠੀਕ ਨਹੀਂ ਬਣਿਆ, ਕੱਚਾ ਰਹਿ ਗਿਆ। 50 ਗੱਲਾਂ ਕਰਦੇ ਨੇ। ਮੈਨੂੰ ਆਪਣੇ ਬਜ਼ੁਰਗਾਂ ਦੀ ਨੈਤਿਕਤਾ ਦੀ ਕਈ ਗੱਲਾਂ ਚੰਗੀਆਂ ਹੁੰਦੀਆਂ ਨੇ, ਉਹ ਮਤਲਬ ਸਾਰਿਆਂ ਦੇ ਬਜ਼ੁਰਗਾਂ 'ਚੋਂ ਮਿਲਦੀਆਂ, ਇਕੱਲੀ ਮੇਰੇ ਦੀ ਨਹੀਂ। ਉਹ ਕੁਦਰਤੀ ਉਹਨਾਂ ਨੇ ਜੀਵਨ ਦੇ ਵਿੱਚ ਪਹਿਲਾਂ ਨਾ ਬਜ਼ੁਰਗਾਂ ਨੇ ਇਹ ਘਰਾਂ ਦੇ ਅਸੂਲ ਬਣਾਏ ਹੁੰਦੇ ਸਨ ਕਿ ਘਰ ਦਾ ਜਿਹੜਾ ਜੀ ਭੋਜਨ 'ਚ ਨੁਕਸ ਕੱਢਦਾ ਹੈ ਨਾ, ਉਹਦੇ ਅੱਗੋਂ ਭੋਜਨ ਚੁੱਕ ਕੇ ਲੈ ਜਾਓ। ਇੱਕ ਪੈਰ ਦੀ ਭੁੱਖ ਜਰੇਗਾ ਤਾਂ ਆਪੇ ਪਤਾ ਲੱਗ ਜਾਏਗਾ ਭੋਜਨ ਦੀ ਕੀਮਤ ਕੀ ਹੁੰਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਜਿਨ੍ਹਾਂ ਖਾਧੀ ਚੋਪੜੀ, ਜਿਹੜੇ ਚਮਕ ਸਵਾਦ ਜਾਂ ਪਰਾਏ ਰੁਚਿਤ ਵੱਲ ਭਰਮਤ ਰਹੇ, ਘਣੇ ਸਹਿਣਗੇ ਦੁੱਖ। ਉਹਨਾਂ ਦੇ ਜੀਵਨ 'ਚ ਕੋਈ ਵੱਡੀ ਉਚਾਈ ਪੈਦਾ
ਨਹੀਂ ਹੋ ਸਕੇਗੀ। ਇਹ ਹੈ ਫਕੀਰਾਂ ਦੇ ਜੀਵਨ ਦੀ ਸਾਦਗੀ, ਅਤੇ ਇਹ ਸੁਣ ਕੇ ਸਮਝ ਕੇ ਧਾਰਨ ਕਰਨ 'ਚ ਪਤਾ ਲੱਗੇਗਾ ਕਿ ਕਿੱਡੀ ਵੱਡੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ। ਹੁਣ ਬਾਬਾ ਫਰੀਦ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ ਕਿ ਪਹਿਲੀ ਗੱਲ ਜੇ ਉਵੇਂ ਦੀ ਮਿਲਦੀ ਠੀਕ, ਜੇ ਨਹੀਂ, ਪਰ ਜੇ ਮਾਲਕ ਦੀ ਕਿਰਪਾ ਦੇ ਨਾਲ ਰੁੱਖੀ ਸੁੱਖੀ ਮਿਲ ਰਹੀ ਹੈ ਤਾਂ ਕਹਿੰਦੇ ਖਾਏ ਕੈ, ਉਹਨੂੰ ਖਾ ਲਵੋ, ਠੰਡਾ ਪਾਣੀ ਪੀਓ, ਉੱਪਰੋਂ ਠੰਡਾ ਪਾਣੀ ਪੀਓ। ਇਹ ਵੇਖੋ ਨੁਕਤਾ ਹੈ। ਇਸਲਾਮ ਵਾਲੇ ਆਖਦੇ ਹਨ ਖਾਓ ਗਰਮ ਅਤੇ ਜਿਹੜਾ ਪੀਓ ਠੰਡਾ। ਸਾਡੇ ਇੱਧਰਲੇ ਲੋਕ ਕਹਿੰਦੇ ਨੇ ਕਿ ਪੀਓ ਗਰਮ ਅਤੇ ਖਾਓ ਠੰਡਾ, ਮਤਲਬ ਉਲਟ ਚੱਲਦਾ ਹੈ। ਉਹ ਇਸਲਾਮ ਦੇ ਵਿੱਚ ਇੱਕ ਵਿਦਿਆ ਚੱਲਦੀ ਹੈ ਤਿੱਬ, ਜਿਵੇਂ ਸਾਡੇ ਆਯੁਰਵੇਦ ਚੱਲਦੀ, ਉਹਨਾਂ ਵਿੱਚ ਤਿੱਬ ਚੱਲਦੀ, ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੁੱਖੀ ਸੁੱਖੀ ਖਾਏ ਕੈ। ਰੁੱਖੀ ਦਾ ਭਾਵ ਹੈ ਜਿਹੜੀ ਚੋਪੜੀ ਨਹੀਂ ਹੋਈ ਜਾਂ ਕੁਝ ਦਿਨ ਪਹਿਲਾਂ ਬਣੀ ਹੋਈ ਹੈ। ਸੁਖੀ ਦਾ ਭਾਵ ਕਿ ਹੁਣ ਵੇਖੋ ਅੱਗੇ ਆਖਦੇ ਹਨ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਹੁਣ ਅਸੀਂ ਇਹਦਾ ਭਾਵ ਕੱਢਦੇ। ਹੁਣ ਰੁੱਖੀ ਦਾ ਭਾਵ ਇਹ ਹੈ ਕਿ ਜੇ ਇਹਦੇ ਵਿੱਚ ਸਵਾਦ ਨਹੀਂ ਹੈ, ਜੇ ਇਹਦੇ ਵਿੱਚ ਸਵਾਦ ਨਹੀਂ, ਮਤਲਬ ਇਹਦੇ ਵਿੱਚ ਨਮਕ ਵੀ ਨਹੀਂ ਪਾ ਸਕੇ, ਇਹਨੂੰ ਚੋਪੜ ਵੀ ਨਹੀਂ ਸਕੇ, ਜਾਂ ਇਹਦੇ ਨਾਲ ਸਬਜ਼ੀ ਵੀ ਨਹੀਂ ਰੱਖ ਸਕੇ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਸਾਦਗੀ ਵਾਲਾ ਭੋਜਨ ਹੈ ਜਾਂ ਜਿਹੜਾ ਜੀਵਨ ਸਾਦਗੀ ਵਾਲਾ ਹੈ, ਸੁਖੀ, ਉਹੀ ਸੁਖੀ ਹੈ। ਜਿੰਨੇ ਸਾਦਗੀ ਭੋਜਨ ਦੇ ਤਲ 'ਤੇ ਪਹਿਨਣ ਦੇ ਤਲ 'ਤੇ ਬਣਾ ਲਈ, ਉਹਦੇ ਵਿੱਚ ਮਤਲਬ ਮੰਨਿਆ ਕਿ ਕੋਈ ਚਮਕ ਨਹੀਂ ਹੈ, ਪਰ ਉਹ ਸੁਖੀ ਰੱਖੇਗੀ। ਅਤੇ ਕਹਿੰਦੇ ਇਸ ਕਰਕੇ ਰੁੱਖੀ ਸੁੱਖੀ ਖਾਏ ਕੈ, ਸਾਦਾ ਪਹਿਨ ਕੇ ਸਾਦਾ ਛਕ ਕੇ ਸਾਦਾ ਹੰਡਾਉਣ ਵਰਤਣ ਦੇ ਵਿੱਚ ਰੱਖੋ, ਤਾਂ ਕਿ ਮਨ ਸੁਖੀ ਰਹੇ, ਤਾਂ ਕਿ ਅੰਤਰੀਬ ਦੇ ਵਿੱਚ ਠਹਿਰਾਓ ਬਣਿਆ ਰਹੇ। ਜੀ ਜਿਹੜੀ ਚੋਪੜੀ ਹੈ ਜਾਂ ਹੋਰ ਕੁਝ ਹੈ ਸਵਾਦਾਂ ਭਰੀ ਜਾਂ ਚਮਕ ਭਰੀ ਜਾਂ ਬਾਹਰੀ ਹੋਰ ਚੀਜ਼ਾਂ ਦੇ ਨਾਲ ਜਿਹਨੂੰ ਫੁੱਲਫਿਲ ਕਰਨਾ ਹੈ, ਕਹਿੰਦੇ ਉਹ ਖਾ ਤਾਂ ਲਓਗੇ ਪਰ ਉਹ ਮਨ ਨੂੰ ਠਹਿਰਾਓ ਨਹੀਂ ਲਾਏਗੀ। ਹੁਣ ਕੁਦਰਤੀ ਹੈ, ਹੁਣ ਰੁੱਖੀ ਸੁੱਖੀ ਦੇ ਵਿੱਚ ਭੋਜਨ ਆਉਂਦਾ, ਪਰ ਹੁਣ ਇਹਦੀ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਸਾਦਗੀ ਜੀਵਨ ਦੇ ਵਿੱਚ ਠੰਡਾ ਪਾਣੀ ਪੀਓ ਦਾ ਮਤਲਬ ਹੈ ਕਿ ਜੋ ਕੁਝ ਪ੍ਰਾਪਤ ਹੋ ਗਿਆ ਉਹਦੇ ਨਾਲ ਸਬਰ ਰੱਖੋ ਅਤੇ ਉਹਨੂੰ ਉਵੇਂ ਲੈ ਲਵੋ। ਅਤੇ ਅੱਗੋਂ ਜਿਹੜਾ ਪਾਣੀ ਪੀਣਾ, ਹੁਣ ਪਾਣੀ ਸਰੀਰ ਦੇ ਅੰਦਰ ਠੰਡਕ ਪਾਉਂਦਾ ਹੈ, ਅਤੇ ਕਹਿਣ ਲੱਗੇ ਉਹਨੂੰ ਖਾਣ ਤੋਂ ਬਾਅਦ ਸਬਰ ਸ਼ੁਕਰਾਨੇ ਦੇ ਨਾਲ ਧੰਨਵਾਦ ਕਰਦੇ ਹੋ। ਇੱਕ ਪ੍ਰੇਰਨਾਤਮਕ ਗਾਥਾ ਆਪਦੇ ਸਨਮੁਖ ਰੱਖਦਿਆਂ 4-5 ਜਿਹੜੇ ਹਾਜੀ ਲੋਕ ਹੱਜ ਕਰਨ ਚੱਲ ਪਏ, ਉਹਨਾਂ ਦਾ ਇੱਕ ਵੱਡਾ ਮੁਰਸ਼ਿਦ ਸੀ ਉਹਨਾਂ ਦੇ ਨਾਲ। ਪਹਿਲੇ ਦਿਨ ਚੱਲਦੇ ਚੱਲਦੇ ਪੈਂਡਾ ਮਾਰ ਕੇ ਬੜੀ ਦੂਰ ਪਹੁੰਚੇ। ਜਦੋਂ ਜਾ ਕੇ ਉੱਥੇ ਕਿਤੇ ਵਿਰਾਮ ਕੀਤਾ, ਸ਼ਾਮ ਦੀ ਨਮਾਜ਼ ਅਦਾ ਕੀਤੀ, ਅਤੇ ਨਮਾਜ਼ ਅਦਾ ਕਰਨ ਤੋਂ ਬਾਅਦ ਉਹਨਾਂ ਦਾ ਮੁੱਖ ਹਾਜੀ ਜਿਹੜਾ ਮੁਰਸ਼ਿਦ ਸੀ, ਉਹ ਨਮਾਜ਼ ਅਦਾ ਕਰਦਿਆਂ ਅੱਲਾਹ ਤਾਲਾ ਦੇ ਸਨਮੁਖ ਸ਼ਬਦ ਕਹਿਣ ਲੱਗਾ ਕਿ ਅੱਲਾਹ ਤਾਲਾ ਤੂੰ ਸਾਡੀਆਂ ਅੱਜ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਨੇ, ਤੇਰਾ ਧੰਨਵਾਦ। ਰਾਤ ਵਿਰਾਮ ਕੀਤਾ, ਫਿਰ ਸਵੇਰੇ ਚੱਲ ਪਏ। ਅਗਲੀ ਸ਼ਾਮ ਪੈ ਗਈ, ਖਾਣ ਪੀਣ ਨੂੰ ਕੁਝ ਨਾ ਮਿਲਿਆ। ਦੂਜੀ ਸ਼ਾਮ ਨੂੰ ਵੀ ਉਹਨੇ ਇੰਝ ਹੀ ਅਰਦਾਸ ਕੀਤੀ, ਅੱਲਾਹ ਤਾਲਾ ਤੇਰਾ ਬੜਾ ਧੰਨਵਾਦ ਕਿ ਤੂੰ ਸਾਡੀਆਂ ਅੱਜ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ, ਸਾਡਾ ਖਿਆਲ ਰੱਖਿਆ। ਤੀਜੇ ਦਿਨ ਵੀ ਇੰਝ, ਜਦੋਂ ਚੌਥੇ ਦਿਨ ਉਹ ਇੰਝ ਕਰਨ ਲੱਗਾ, ਸ਼ਾਮ ਵੇਲੇ ਮਿਲਿਆ 3 ਦਿਨਾਂ 'ਚ ਕੁਝ ਨਹੀਂ ਖਾਣ ਪੀਣ ਪਿਆ। ਜਦੋਂ ਚੌਥੇ ਵੇਲੇ ਨਮਾਜ਼ ਕਰਨ ਲੱਗਾ, ਅਤੇ ਉਹ ਨਮਾਜ਼ ਦੇ ਵਿੱਚ ਨਾ ਉਹਦੇ ਨਾਲ ਦੇ ਹਾਜੀ ਵਿਗੜ ਗਏ। ਉਹ ਕਹਿਣ ਲੱਗੇ ਘੱਟੋ ਘੱਟ ਝੂਠੀ ਅਰਦਾਸ ਤਾਂ ਨਾ ਕਰ, 3 ਦਿਨ ਹੋ ਗਏ ਪੀਣ ਨੂੰ ਖਾਣ ਨੂੰ ਕੱਖ ਨਹੀਂ ਮਿਲਿਆ, ਅਤੇ ਤੂੰ ਕਹਿੰਦਾ ਅੱਲਾਹ ਤਾਲਾ ਨੇ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ। ਕਿਹੜੀ ਲੋੜ ਪੂਰੀ ਕੀਤੀ ਸਾਨੂੰ ਤੂੰ ਹੀ ਦੱਸ ਦੇ। ਉਹ ਕਹਿਣ ਲੱਗਾ ਕਿ ਅਸੀਂ ਜਿੱਦਣ ਦੇ ਤੁਰੇ ਹਾਂ ਭੋਜਨ ਨਹੀਂ ਮਿਲਿਆ, ਪਾਣੀ ਨਹੀਂ ਮਿਲਿਆ। ਹੁਣ 3 ਦਿਨਾਂ 'ਤੇ ਭੁੱਖੇ ਪਿਆਸੇ ਰਹਿਣ ਦੇ ਕਾਰਨ ਸਾਡੀ ਇਬਾਦਤ ਦੇ ਵਿਸ਼ਵਾਸ ਵਿੱਚ ਫਰਕ ਆ ਗਿਆ, ਅਤੇ ਤੁਸੀਂ ਅੱਲਾ ਦੇ ਉੱਪਰ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਕਿ ਉਹਨੇ ਸਾਡੀ ਲੋੜ ਨਹੀਂ ਪੂਰੀ ਕੀਤੀ। ਅਤੇ ਮੈਨੂੰ ਇਉਂ ਲੱਗਦਾ ਕਿ ਉਹਨੇ 3 ਦਿਨ ਭੁੱਖੇ ਅਤੇ ਪਿਆਸੇ ਰੱਖ ਕੇ ਸਾਨੂੰ ਭੁੱਖ ਅਤੇ ਪਿਆਸ ਦੇ ਜ਼ਾਲਮ ਹੋਣ ਦਾ ਜਿਹੜਾ ਹੈ ਖਿਆਲ ਕਰਾਇਆ ਕਿ ਇਹ ਇੰਨੀ ਜ਼ਾਲਮ ਹੁੰਦੀ ਹੈ ਕਿ ਬੰਦਗੀ ਦੇ ਵਿੱਚ ਵੀ ਰੁਕਾਵਟ ਪਾ ਦਿੰਦੀ ਹੈ, ਬੰਦੇ ਦਾ ਵਿਸ਼ਵਾਸ ਡੋਲ ਜਾਂਦਾ। ਇਸ ਕਰਕੇ ਭੁੱਖ ਦਾ ਗਿਆਨ ਦਿੱਤਾ ਹੈ। ਇਸ ਕਰਕੇ ਉਹਦਾ ਧੰਨਵਾਦ ਬਾਬਾ ਫਰੀਦ ਸਾਹਿਬ ਜੀ ਆਖਦੇ ਠੰਡਾ ਪਾਣੀ ਪੀਓ। ਮਤਲਬ ਜੋ ਮਿਲ ਗਿਆ ਸ਼ੁਕਰਾਨੇ ਦੇ ਵਿੱਚ, ਜੇ ਸ਼ੁਕਰਾਨਾ ਨਹੀਂ ਹੋਏਗਾ ਅਤੇ ਪਕਵਾਨ ਵੀ ਤੈਨੂੰ ਕੱਖ ਨਹੀਂ ਕਰ ਸਕਣਗੇ। ਮੈਂ ਦੇਖਿਆ ਜੀਵਨ ਦੇ ਵਿੱਚ 5 ਸਟਾਰ ਹੋਟਲਾਂ ਦੇ ਵਿੱਚ ਵੀ ਘੁੰਮ ਕੇ ਦੇਖਿਆ, 5-7 ਹਜ਼ਾਰ ਵਾਲੇ ਖਾਣੇ ਵਾਲੀ ਜਿਹੜੀ ਥਾਲੀ ਹੈ, ਉੱਥੇ ਰਈਸ ਲੋਕ ਜਿਹੜੇ ਹੁੰਦੇ ਨੇ, ਮਤਲਬ ਝੂਠੀ ਕਰਨ ਨੂੰ ਹੀ ਆਪਣੀ ਸ਼ਾਨ ਸਮਝਦੇ ਨੇ, ਉਹਦੇ ਵਿੱਚ ਵੀ ਨੁਕਸ ਕੱਢਣਗੇ। 5 ਸਟਾਰਾਂ ਹੋਟਲਾਂ ਦੇ ਵਿੱਚ ਕੋਈ 3500 ਰੁਪਏ ਤੋਂ ਇੱਕ ਬੰਦੇ ਦੀ ਥਾਲੀ ਸ਼ੁਰੂ ਹੋ ਕੇ 28,000 ਰੁਪਏ ਤੱਕ ਜਾਂਦੀ ਹੈ।
ਉਹਦੇ ਵਿੱਚ ਵੀ ਨੁਕਸ ਕੱਢਣਗੇ। ਗੱਲ ਕੀ ਹੈ, ਭੁੱਖ ਦਾ ਹੀ ਗਿਆਨ ਨਹੀਂ ਰਿਹਾ, ਹੁਣ ਤਾਂ ਪਰਾਂ ਹੋ ਗਿਆ। ਪਸ਼ੂ ਚੰਗਾ ਨਾ ਸਾਡੇ ਨਾਲੋਂ, ਸਾਰੀ ਜ਼ਿੰਦਗੀ ਇੱਕੋ ਚਾਰੇ ਦੇ ਸਿਰ 'ਤੇ ਜੀਵਨ ਬਤੀਤ ਕਰਦਾ ਹੈ। ਉਹਨੇ ਕਦੀ ਨਹੀਂ ਕਿਹਾ ਕਿ ਬਾਜਰਾ ਲਿਆਓ ਜਾਂ ਕੋਈ ਹੋਰ ਤਰ੍ਹਾਂ ਦਾ ਚਾਰਾ ਲਿਆਓ, ਇੱਕੋ ਤਰ੍ਹਾਂ ਦਾ ਬਸ ਦੇਈ ਜਾਓ, ਜੇ ਨਹੀਂ ਤਾਂ ਘਾਹ 'ਤੇ ਵੀ ਗੁਜ਼ਾਰਾ ਚੱਲੇਗਾ। ਅਤੇ ਸਾਡੇ ਨਾਲੋਂ ਵੱਧ ਜ਼ਿਆਦਾ ਧਰਤੀ ਦੇ ਲਈ ਲਾਹੇਵੰਦ ਹੈ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਉਹ ਵਿਚਾਰਾ ਗੰਦਾ ਮੰਦਾ ਘਾਹ ਖਾਂਦਾ, ਪਰ ਦੁੱਧ ਫਿਰ ਅੰਮ੍ਰਿਤ ਵਰਗਾ ਦਿੰਦਾ ਹੈ। ਬੰਦਾ ਇੰਨੇ ਸ਼ੁਭ ਪਦਾਰਥ ਖਾ ਕੇ ਧਰਤੀ ਦੇ ਉੱਪਰ ਮਲ ਦੇ ਨਾਲ ਗੰਦ ਹੀ ਪਾ ਰਿਹਾ, ਹੋਰ ਕੱਖ ਨਹੀਂ ਕਰ ਰਿਹਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਠੰਡਾ ਪਾਣੀ ਪੀਓ ਜੋ ਜੀਵਨ ਦੇ ਵਿੱਚ ਪ੍ਰਾਪਤ ਹੈ। ਕਿਰਤ ਕੀਤੀ ਹੈ ਅਤੇ ਕਿਰਤ ਦੇ ਨਾਲ ਜੋ ਮਿਲ ਗਿਆ ਉਹਦੇ ਵਿੱਚ ਸ਼ੁਕਰਾਨੇ ਦੇ ਸਹਿਤ ਰਹੋ। ਅਤੇ ਠੰਡਾ ਪਾਣੀ ਪੀਓ ਦਾ ਮਤਲਬ ਵੀ ਰੋਟੀ ਤੋਂ ਬਾਅਦ ਪਾਣੀ ਤਾਂ ਪੀਣਾ ਹੀ ਪੈਣਾ ਹੈ, ਪਰ ਉਹ ਪਾਣੀ ਪੀਓ ਦਾ ਮਤਲਬ ਜਿਵੇਂ ਪਾਣੀ ਠੰਡਕ ਦਿੰਦਾ ਹੈ, ਛਕਣ ਤੋਂ ਬਾਅਦ ਸਬਰ ਸ਼ੁਕਰਾਨੇ ਵਿੱਚ ਜਾਓ। ਜੋ ਵੀ ਪ੍ਰਾਪਤ ਹੋ ਗਿਆ ਉਹਦੀ ਸ਼ੁਕਰਾਨੇ ਵਿੱਚ ਜਾਓ, ਤਾਂ ਕਿ ਤੁਹਾਨੂੰ ਜਿਹੜਾ ਤੁਹਾਡੇ ਜੀਵਨ ਦੀ ਸਾਦਗੀ ਜਾਂ ਜੀਵਨ ਦਾ ਜਿਹੜਾ ਜੇ ਠੀਕ ਪੱਧਰ ਨਹੀਂ ਚੱਲ ਰਿਹਾ, ਉਹ ਕਿਸੇ ਡੋਲਣ ਵਿੱਚ ਨਾ ਪੈਣ ਦੇਵੇ। ਅੱਗੇ ਆਖਦੇ ਹਨ, ਜਿਨ੍ਹਾਂ ਖਾਧੀ ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਹੁਣ ਕੁਦਰਤੀ ਹੈ, ਆਪ ਕਿਰਤ ਕੀਤੀ ਇੱਕ ਦਿਨ 10-9 ਦੀ 400-500 ਰੁਪਈਆ ਹੱਥ ਲੱਗਿਆ, ਚਲੋ ਮੰਨਿਆ ਕਿ ਨਹੀਂ ਬੜੇ ਕੀਮਤੀ ਪਕਵਾਨ ਬਣਾ ਸਕਿਆ, ਸਾਦੀ ਜਿਹੀ ਰੋਟੀ ਬਣਾ ਕੇ ਖਾ ਲਈ, ਪਰ ਨਾਲ ਹੀ ਪਤਾ ਲੱਗਾ ਕਿ ਗਵਾਂਢੀ ਅੱਜ ਬੜੇ ਤੜਕੇ ਲਾ ਖਾ ਰਹੇ ਹਨ, ਅਤੇ ਮਨ 'ਚ ਸੋਚ ਲਿਆ ਕਿ ਉਹਨਾਂ ਵਰਗੀ ਸਾਡੀ ਰੋਟੀ ਹੋਣੀ ਚਾਹੀਦੀ ਸੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਉਹਨਾਂ ਦੀ ਰੋਟੀ 'ਚ ਚਮਕ ਤਾਂ ਹੈ, ਚੋਪੜੀ ਤਾਂ ਹੈ, ਪਰ ਤੈਨੂੰ ਕੀ ਪਤਾ ਹੈ ਕਿ ਉਹਨਾਂ ਨੇ ਚੋਪੜੀ ਕਿਵੇਂ ਪੈਦਾ ਕੀਤੀ ਹੈ। ਮੰਨਿਆ ਕਿ ਤੇਰੀ ਰੁੱਖੀ ਸੁੱਖੀ ਹੈ, ਪਰ ਤੇਰੀ ਰੁੱਖੀ ਸੁੱਖੀ ਕਿਸੇ ਪਾਪ 'ਚੋਂ ਨਹੀਂ ਆਈ ਹੋਈ, ਕਿਸੇ ਬੇਈਮਾਨੀ 'ਚੋਂ ਨਹੀਂ ਆਈ ਹੋਈ। ਤੇਰੀ ਤਾਂ ਰੁੱਖੀ ਸੁੱਖੀ ਤੇਰੀ ਸ਼ੁੱਧ ਕਿਰਤ ਵਿੱਚੋਂ ਆਈ ਹੋਈ ਹੈ। ਜੇ ਪਰਾਈ ਚੋਪੜੀ ਨੂੰ ਦੇਖ ਕੇ ਤੇਰਾ ਜੀ ਲਲਚਾਉਂਦਾ ਫਿਰਦਾ ਹੈ, ਜਾਂ ਤੂੰ ਭਰਮਤ ਹੁੰਦਾ ਫਿਰਦਾ ਹੈ, ਤੈਨੂੰ ਕੀ ਪਤਾ ਕਿ ਉਹ ਕਿਵੇਂ ਬਣੀ ਹੈ। ਇਸ ਕਰਕੇ ਇਹ ਨਾ ਹੋਵੇ ਕਿ ਪਰਾਈ ਚੋਪੜੀ ਦੇ ਭਰਮ ਵਿੱਚ ਆਪਣੀ ਸ਼ੁੱਧ ਕਿਰਤ ਦੀ ਪਵਿੱਤਰਤਾ ਨੂੰ ਵੀ ਗਵਾ ਲਵੇਂ, ਅਤੇ ਆਪਣਾ ਚੰਗਾ ਭਲਾ 10-9 ਦਾ ਕਿਰਤੀ ਹੁੰਦਿਆਂ ਵੀ ਆਪਣੇ ਧੰਦੇ ਵਿੱਚ ਬੇਈਮਾਨੀ ਕਰਕੇ ਚੋਪੜੀ ਦੇ ਰਾਹ ਪੈ ਜਾਵੇਂ। ਇਸ ਕਰਕੇ ਚਮਕ ਦਾ ਖਿਆਲ ਨਾ ਕਰ। ਜੀ ਕੁਦਰਤੀ ਹੈ ਵੀ ਜੇ ਉਹਦੀ ਨਾ ਉਹਦੇ ਤਰਫ ਭਰਮ, ਜੇ ਭਰਮ ਗਿਆ ਅਤੇ ਉਸ ਭਰਮਣ ਨੇ ਤੈਨੂੰ ਜਿਹੜਾ ਹੈ ਗਲਤ ਪਾਸੇ ਪਾ ਦੇਣਾ ਹੈ। ਜੋ ਜੀਵਨ ਦੇ ਵਿੱਚ ਪ੍ਰਾਪਤ ਹੈ ਉਹਦੇ 'ਤੇ ਨਿਰਵਾਹ ਕਰਦਾ ਜਾਂ ਜੀਵਨ ਵਿੱਚ ਠੀਕ ਰਹੇਗਾ। ਅੱਜ ਭਰਮਾਉਣ ਦੇ ਵਿੱਚ ਚੱਲਦਾ ਹੈ, ਅੱਜ ਜੀਵਨ ਦੇ ਵਿੱਚ ਬਹੁਤੀ ਹਲਚਲ ਇਹੀ ਚੱਲ ਰਹੀ ਹੈ। ਹੈਰਾਨਗੀ ਦੀ ਗੱਲ ਹੈ, ਨਕਲਚੀ ਹੋਏ ਫਿਰਦੇ ਹਾਂ ਹਰ ਪੱਖ ਤੋਂ। ਆਪਣੇ ਸੋਰਸਿਸ ਦਾ ਪਤਾ ਹੈ ਕਿ ਇੰਨੇ ਕੁ ਨੇ, ਪਰ ਗੁਆਂਢੀ ਦਾ ਜੀਵਨ ਦੇਖ ਕੇ ਇਹਦੇ ਬਰਾਬਰ ਹੋਣਾ ਜਾਂ ਇਹਦੇ ਤੋਂ ਉਲੰਘਣਾ ਹੈ। ਬਸ ਉਸੇ ਹੋੜ ਦੇ ਵਿੱਚ ਸਭ ਕੁਝ ਨੈਤਿਕ ਅਨੈਤਿਕ ਕਰੀ ਜਾ ਰਹੇ ਹਨ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਦੇਖ ਪਰਾਈ ਚੋਪੜੀ। ਹੁਣ ਪਰਾਈ ਚੋਪੜੀ ਹੋ ਸਕਦਾ ਹੈ ਕਿ ਉਹ ਵੀ ਇਮਾਨਦਾਰੀ ਦੇ ਨਾਲ ਕਿਸੇ ਨੇ ਕਮਾਈ ਹੋਵੇ, ਪਰ ਪਰਾਏ ਵੱਲ ਰੁਚਿਤ ਕਿਉਂ ਰਹਿਣਾ। ਤੈਨੂੰ ਤੇਰੇ ਹਿੱਸੇ ਦਾ ਮਿਲ ਗਿਆ, ਉਹ ਤੇਰੇ ਸਾਹਮਣੇ ਆ ਗਿਆ, ਇਹਦਾ ਮਤਲਬ ਹੈ ਤੂੰ ਉਹਦੇ ਨਾਲ ਸਹਿਮਤ ਨਹੀਂ, ਤੂੰ ਦੂਜੇ ਵੱਲ ਦੇਖ ਰਿਹਾ। ਇਹਦਾ ਮਤਲਬ ਤੈਨੂੰ ਮਾਲਕ ਦੀ ਕਰਨੀ ਦੇ ਉੱਪਰ ਸ਼ੱਕ ਹੈ ਕਿ ਉਹਨੇ ਮੈਨੂੰ ਠੀਕ ਨਹੀਂ ਦਿੱਤਾ। ਹੁਣ ਤੇਰੀ ਤਾਂ ਪ੍ਰਾਲਬੱਧ ਹੈ, ਕੀ ਪਤਾ ਪਿਛਲੇ ਜਨਮ 'ਚ ਰੁਪਈਆ ਦਾਨ ਨਹੀਂ ਕੀਤਾ, ਅਤੇ ਹੁਣ ਜੇ ਤੈਨੂੰ ਨਹੀਂ ਚੱਜ ਦੀ ਰੋਟੀ ਮਿਲ ਰਹੀ, ਆਪਣੀ ਕਰਨੀ ਨੂੰ ਵਾਚਣ ਦੀ ਬਜਾਏ ਦੂਜਿਆਂ ਨੂੰ ਕਹਿ ਰਿਹਾ ਜੀ ਉਹਨਾਂ ਨੂੰ ਬੜੇ ਪਦਾਰਥ ਮਿਲਦੇ ਨੇ। ਜਿਵੇਂ ਕਿਸੇ ਦੀ ਪ੍ਰਾਲਬੱਧ ਹੈ ਉਵੇਂ ਦਾ ਹੀ ਮਿਲਦਾ ਹੈ। ਬਾਣੀ ਦੇ ਵਿੱਚ ਅਸੀਂ ਵਾਕ ਪੜ੍ਹਦੇ ਹਾਂ, ਕੇਤਿਆਂ ਦੁੱਖ ਭੂਖ ਸਦ ਮਾਰ। ਕਿੰਨੇ ਭੁੱਖੇ ਮਰ ਰਹੇ ਨੇ। ਮੰਨਿਆ ਜਾਂਦਾ ਹੈ ਭਾਰਤ ਦੀ 34% ਆਬਾਦੀ ਕੁਪੋਸ਼ਣ ਨਾਲ ਮਰ ਜਾਂਦੀ ਹੈ। ਮਤਲਬ 100 ਦੇ ਵਿੱਚੋਂ 34 ਬੰਦੇ ਜਿਹੜੇ ਹਨ, ਉਹਨਾਂ ਦੇ ਭੋਜਨ ਦੀ ਇੱਕ ਤਾਂ ਹੁੰਦੀ ਪੌਸ਼ਟਿਕ, ਇੱਕ ਜਿਹੜੀ ਆਮ ਭੋਜਨ ਦੀ ਹਾਲਤ ਹੁੰਦੀ ਹੈ ਜੀ, ਉਹ ਵੀ ਨਹੀਂ ਪੂਰੀ ਹੋ ਰਹੀ ਕੈਲੋਰੀ ਦੇ ਨੁਕਤੇ ਤੋਂ। ਪ੍ਰੋਟੀਨ ਹੋਰ ਚੀਜ਼ਾਂ ਤਾਂ ਬੜੀਆਂ ਗਾਂਹ ਦੀਆਂ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਜਿਹਦੇ ਕਰਮ ਵਿੱਚ ਉਹਨਾਂ ਮਿਲ ਰਿਹਾ ਹੈ। ਪਰ ਦੂਜੀ ਗੱਲ ਹੈ, ਕਈ ਵਾਰੀ ਚੋਪੜੀ ਜਿਹੜੀ ਹੈ ਉਹ ਪਾਪਾਂ ਬਾਝੋਂ, ਜਿਵੇਂ ਬਾਣੀ 'ਚ ਵਾਕ ਹੁੰਦਾ, ਪਾਪਾਂ ਬਾਝੋਂ ਹੋਵੇ ਨਾਈ ਮੋਇਆ ਸਾਥ ਨਾ ਜਾਈ। ਹੁਣ ਤੈਨੂੰ ਕੀ ਪਤਾ ਹੈ ਕਿ ਚੋਪੜੀ ਕਿਸੇ ਪਾਪ ਨਾਲ ਪੈਦਾ ਕੀਤੀ ਹੈ, ਅਤੇ ਜੇ ਚੋਪੜੀ ਦੀ ਖਾਸ਼ ਪੈਦਾ ਕਰ ਲਈ ਹੈ, ਫਿਰ ਚੋਪੜੀ ਪੈਦਾ ਕਰਨ ਦੇ ਲਈ ਪਾਪ ਵੀ ਕਰਨਾ ਪਏਗਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਫਿਰ ਇਸ ਕਰਕੇ ਫਿਰ ਤੇਰਾ ਜੀਵਨ ਕੁਰਾਹੇ ਪੈ ਜਾਵੇਗਾ। ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ, ਅਤੇ ਕਿਰਤ ਦੇ ਨਾਲ ਨਾਲ ਬੰਦਗੀ ਵੀ ਪੂਰੀ ਜੁੜੀ ਹੋਣੀ ਚਾਹੀਦੀ। ਜੇ ਬੰਦਗੀ ਜੁੜੀ ਰਹੇਗੀ, ਤੇਰੀ ਕਿਰਤ ਵੀ ਸ਼ੁੱਧ ਰਹੇਗੀ, ਤੇਰਾ ਜੀਵਨ ਜਿਹੜਾ ਹੈ ਬੜੇ ਠੀਕ ਢੰਗ ਦੇ ਵਿੱਚ ਰਹੇਗਾ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ।
ਆਪ ਜੀ ਦੇ ਸਨਮੁਖ ਸ਼ਲੋਕਾਂ ਦੀ ਲੜੀਵਾਰ ਵਿਚਾਰ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।